ਹਿੱਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਭਾ ਲਗੀ ਸ੍ਰੀ ਅਰਜਨ ਜੀ ਤਬ। ਲੱਦੇ ਕੀ ਉਪਮਾ ਬਡ ਕੀਨਾ। ਧਨ ਸਿੱਖ ਪੁਨ ਪਰ ਉਪਕਾਰੀ। ਪਰ ਹਿਤ ਜਿਨਹੁ ਲਾਜ ਤਜ ਦੀਨਾ। ਸਭਾ ਲਗੀ ਸ੍ਰੀ ਅਰਜਨ ਜੀ ਤਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਥ, ਪੰਚਮ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ਼੍ਰੀ ਰਾਮਸਰ ਸਾਹਿਬ ਵਾਲੇ ਅਸਥਾਨ 'ਤੇ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਬਾਣੀ ਲਿਖਵਾ ਰਹੇ ਨੇ। ਪਹਿਲਾਂ ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ, ਫਿਰ ਆਪਣੀ ਉਚਾਰਨ ਕੀਤੀ ਬਾਣੀ ਲਿਖਵਾਉਂਦੇ ਨੇ। ਉਪਰੰਤ ਭਗਤ ਬਾਣੀ ਉਹ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਲਿਖਵਾ ਰਹੇ ਨੇ। ਰਾਮ ਕਲੀ ਕੀ ਵਾਰ ਤਥਾ ਸਤੈ ਡੂਮ ਆਖੀ, ਇਹ ਜਿਹੜੀ ਵਾਰ ਹੈ ਭਾਈ ਸੱਤਾ ਤੇ ਬਲਵੰਡ ਜੀ ਦੀ, ਗੁਰੂ ਕੇ ਰਬਾਬੀਏ ਹੋਏ ਨੇ। ਕਿਸ ਤਰ੍ਹਾਂ ਗੁਰੂ ਘਰ ਦੇ ਵਿੱਚੋਂ ਬਹੁਤਾ ਮਾਣ ਪ੍ਰਾਪਤ ਕੀਤਾ, ਪਰ ਹੰਕਾਰ ਆਉਣ ਕਰਕੇ ਗੁਰੂ ਤੋਂ ਦੂਰੀ ਬਣੀ। ਸਰੀਰ 'ਤੇ ਰੋਗ ਵੀ ਜਿਹੜਾ ਸੀ ਉਤਪੰਨ ਹੋਇਆ। ਕੋਈ ਮੂੰਹ ਨਹੀਂ ਸੀ ਲਾਉਂਦਾ, ਬਖਸ਼ਾਉਣ ਵਾਸਤੇ ਤਿਆਰ ਨਹੀਂ ਸੀ। ਭਾਈ ਲੱਧਾ ਲਾਹੌਰ ਦੇ ਰਹਿਣ ਵਾਲੇ, ਜਿਨ੍ਹਾਂ ਦੇ ਨਾਮ ਦੇ ਨਾਲ ਪਰਉਪਕਾਰੀ ਲੱਗਦਾ ਹੈ, ਉਹ ਭਾਈ ਲੱਧਾ ਜੀ ਨੇ ਆਪਣਾ ਜਿਹੜਾ ਸੀ ਸਰੂਪ ਕੁਬੇਖ ਬਣਾ ਕੇ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਸੀ ਇਹਨਾਂ ਨੂੰ ਜਿਹੜਾ ਬਖਸ਼ਾਉਣ ਲਿਆਵੇਗਾ ਉਹਦੀ ਵੀ ਐਸੀ ਹਾਲਤ ਹੋਵੇਗੀ, ਗਧੇ 'ਤੇ ਚਾੜ ਕੇ ਮੂੰਹ ਕਾਲਾ ਕਰਕੇ ਬਾਜ਼ਾਰ 'ਚ ਫੇਰਾਂਗੇ। ਭਾਈ ਲੱਧੇ ਨੇ ਪਹਿਲਾਂ ਤਾਂ ਦਰਵਾਜ਼ਾ ਬੰਦ ਕਰ ਦਿੱਤਾ, ਪਰ ਬਾਰ-ਬਾਰ ਇਹਨਾਂ ਦੇ ਤਰਲੇ ਲੈਣ 'ਤੇ ਭਾਈ ਲੱਧਾ ਜੀ ਨੇ ਆਪਣਾ ਦਰਵਾਜ਼ਾ ਖੋਲ੍ਹਿਆ। ਇਹਨਾਂ ਨੂੰ ਬਖਸ਼ਾਉਣ ਵਾਸਤੇ ਗੁਰੂ ਚਰਨਾਂ ਵਿੱਚ ਲਿਆਉਣਾ ਹੈ। ਪਹਿਲਾਂ ਆਪਣਾ ਸਰੂਪ ਹੀ ਵੈਸਾ ਬਣਾ ਲਿਆ। ਗੁਰੂ ਸਾਹਿਬ ਨੇ ਕਿਹਾ ਸੀ ਉਹਨੂੰ ਸਜ਼ਾ ਦਿੱਤੀ ਜਾਵੇਗੀ। ਭਾਈ ਲੱਧੇ ਨੇ ਆਪਣੇ ਮੂੰਹ 'ਤੇ ਕਾਲਖ ਮੱਲੀ ਹੈ। ਢੋਲ ਅੱਗੇ ਜਿਹੜੇ ਨੇ ਉਹ ਵਜਾਉਣੇ ਸ਼ੁਰੂ ਕੀਤੇ ਨੇ। ਆਪ ਗਧੇ 'ਤੇ ਬੈਠ ਕੇ ਪਹਿਲਾਂ ਤਾਂ ਲਾਹੌਰ ਦੇ ਬਾਜ਼ਾਰਾਂ ਵਿੱਚ ਘੁੰਮੇ ਨੇ, ਫਿਰ ਸ਼੍ਰੀ ਅੰਮ੍ਰਿਤਸਰ, ਇੱਥੇ ਬਾਜ਼ਾਰਾਂ ਦੇ ਵਿੱਚ ਘੁੰਮਦੇ ਨੇ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਪਾਸੋਂ ਪੁੱਛਿਆ ਸ਼ੋਰ ਕਾਹਦਾ, ਅਤੇ ਸਿੱਖਾਂ ਨੇ ਜਿਹੜੇ ਜਾਣਦੇ ਸਨ ਦੇਖ ਕੇ ਦੱਸਿਆ। ਕਹਿਣ ਲੱਗੇ ਮਹਾਰਾਜ ਭਾਈ ਲੱਧਾ ਆ ਰਿਹਾ, ਇਹਨਾਂ ਨੂੰ ਬਖਸ਼ਾਉਣ ਵਾਸਤੇ। ਗੁਰਦੇਵ ਕਹਿਣ ਲੱਗੇ
ਕਿ ਇਹਨੂੰ ਪਤਾ ਨਹੀਂ ਕਿ ਅਸੀਂ ਕਿਹਾ ਸੀ ਕਿ ਜਿਹੜਾ ਇਹਨਾਂ ਨੂੰ ਸੱਤੇ ਅਤੇ ਬਲਵੰਡੇ ਨੂੰ ਬਖਸ਼ਾਉਣ ਲਿਆਵੇਗਾ ਉਹ ਸਜ਼ਾ ਦਾ ਹੱਕਦਾਰ ਹੋਵੇਗਾ। ਸਿੱਖ ਕਹਿੰਦੇ ਮਹਾਰਾਜ ਭਾਈ ਲੱਦਾ ਤੇ ਪਹਿਲਾਂ ਹੀ ਉਸੇ ਤਰ੍ਹਾਂ ਆ ਰਿਹਾ ਹੈ। ਜਦੋਂ ਗੁਰੂ ਸਾਹਿਬ ਜੀ ਦੇ ਕੋਲ ਆਇਆ, ਮਹਾਰਾਜ ਜੀ ਨੇ ਲੱਦਾ ਦਾ ਸਰੂਪ ਦੇਖਿਆ। ਦੇਖ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨੇਤਰ ਵੀ ਸੇਜਲ ਹੋ ਗਏ। ਸਤਿਗੁਰੂ ਕਹਿੰਦੇ ਧੰਨ ਸਿੱਖੀ, ਕਿਸੇ ਪਰਉਪਕਾਰ ਵਾਸਤੇ ਆਪਣਾ ਵਿਗਾੜਨਾ ਬਹੁਤਾ ਸਮਾਂ ਨਹੀਂ ਲਾਉਂਦੇ। ਗੁਰਬਾਣੀ ਦੇ ਪਾਵਨ ਵਾਕ ਹਨ, ਆਪਣਾ ਵਿਗਾਰ ਬਿਰਾਨਾ ਸੰਢ ਹੈ। ਐਸੀ ਪਰਉਪਕਾਰੀ ਬਿਰਤੀ ਭਾਈ ਲੱਦਾ ਜੀ ਦੀ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਦਾਤਾ ਇਹ ਭੁੱਲ ਗਏ ਸੀ, ਕਿਰਪਾ ਕਰ, ਹੁਣ ਤੇਰੀ ਸ਼ਰਨ ਵਿੱਚ ਆਏ ਹਾਂ, ਬਖਸ਼ ਲੈ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਕਿਹਾ, ਜਿਹੜੇ ਮੁਖ ਦੇ ਨਾਲ ਇਹਨਾਂ ਨੇ ਗੁਰੂਆਂ ਦਾ ਨਿਰਾਦਰ ਕੀਤਾ ਹੈ, ਉਸੇ ਮੁਖ ਦੇ ਨਾਲ ਗੁਰੂ ਸਾਹਿਬਾਨ ਗੁਰੂ ਨਾਨਕ ਸਾਹਿਬ ਦੀ ਵੱਡੇ ਗੁਰੂਆਂ ਦੀ ਉਸਤਤ ਕਰਨ, ਤਿਉਂ ਤਿਉਂ ਇਹਨਾਂ ਦਾ ਰੋਗ ਦੂਰ ਹੋਵੇਗਾ। ਭਾਈ ਲੱਦੇ ਨੇ ਫਿਰ ਭਾਈ ਸੱਤੇ ਤੇ ਬਲਵੰਡ ਜੀ ਨੂੰ ਕਿਹਾ, ਗੁਰੂ ਸਾਹਿਬ ਦੇ ਚਰਨੀ ਪਏ, ਤਰਲੇ ਲੈਣ ਲੱਗੇ। ਤੇ ਫਿਰ ਭਾਈ ਲੱਦੇ ਨੇ ਕਿਹਾ ਕਿ ਦੁੱਖ ਭੰਜਨੀ ਬੇਰ ਵਾਲੇ ਅਸਥਾਨ 'ਤੇ ਇਸ਼ਨਾਨ ਕਰੋ ਤੇ ਗੁਰੂ ਸਾਹਿਬਾਨਾਂ ਦਾ ਜਸ ਗਾਓ। ਇਸੇ ਤਰ੍ਹਾਂ ਕੀਤਾ। ਭਾਈ ਸੱਤੇ ਅਤੇ ਬਲਵੰਡ ਜੀ ਨੇ ਭਾਈ ਲੱਦਾ ਜੀ ਦਾ ਬਚਨ ਮੰਨ ਕੇ ਜਿੱਥੇ ਦੁੱਖ ਭੰਜਨੀ ਬੇਰੀ ਹੈ, ਇਸ ਅਸਥਾਨ 'ਤੇ ਇਸ਼ਨਾਨ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜਸ ਦੇ ਵਿੱਚ 4 ਪੌੜੀਆਂ, ਫਿਰ ਦੂਸਰੇ ਗੁਰੂ ਸਾਹਿਬਾਨਾਂ ਦੇ ਜਸ ਵਿੱਚ 1-1 ਪੌੜੀ ਗਾਇਨ ਕੀਤੀ ਹੈ। ਗੁਰੂ ਰਾਮਦਾਸ ਜੀ ਦਾ ਜਸ ਕੀਤਾ, ਗੁਰੂ ਨਾਨਕ ਸਾਹਿਬ ਜੀ ਦਾ ਜਸ ਆਰੰਭ ਕੀਤਾ। ਨਾਉ ਕਰਤਾ ਕਾਦਰ ਕਰੈ, ਕਿਉਂ ਬੋਲ ਹੋਵੈ ਜੋ ਖੀਮਦੈ। ਗੁਰੂ ਅੰਗਦ ਦੇਵ ਸਾਹਿਬ ਜੀ ਦਾ ਜਸ ਗਾਇਆ, ਗੁਰੂ ਅਮਰਦਾਸ ਸਾਹਿਬ ਜੀ ਦਾ, ਗੁਰੂ ਰਾਮਦਾਸ ਸਾਹਿਬ ਜੀ ਦਾ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਗਾਇਆ ਅਤੇ ਫਿਰ ਜਿਉਂ-ਜਿਉਂ ਗੁਰੂ ਸਾਹਿਬ ਦਾ ਜਸ ਗਾਉਂਦੇ ਗਏ, ਤਿਉਂ-ਤਿਉਂ ਜਿਹੜਾ ਸਰੀਰ ਸੀ ਅਰੋਗ ਹੁੰਦਾ ਗਿਆ। ਗੁਰੂ ਸਾਹਿਬ ਜੀ ਨੇ ਇਹ ਸੁਣ ਕੇ ਜਸ, ਇਹ ਸਾਰੀ ਜਿਹੜੀ ਵਾਰ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚੜ੍ਹਾਈ ਹੈ। ਅੱਜ ਵੀ ਸਾਧ ਸੰਗਤ ਜੀ ਇਸ ਸਰਲੇਖ ਹੇਠਾਂ ਰਾਮਕਲੀ ਕੀ ਵਾਰ ਤਥਾ ਸੱਤੈ ਡੂਮ ਆਖੀ, ਇਹ ਰਾਏ ਬਲਵੰਡ ਜੀ ਦੀ ਵਾਰ ਤਥਾ ਸੱਤੈ ਡੂਮ ਆਖੀ ਉਚਾਰਨ ਕੀਤੀ ਹੋਈ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਆਪਾਂ ਦਰਜ ਹੈ, ਪੜ੍ਹਦੇ ਹਾਂ। ਜਿਹੜਾ ਭਾਵਨਾ ਦੇ ਨਾਲ ਇਹ ਵਾਰ ਗਾਇਨ ਕਰਦਾ ਹੈ, ਉਸ ਦੇ ਸਾਰੇ ਹੀ ਜਿਹੜੇ ਦੁੱਖ ਹਨ ਉਹ ਦੂਰ ਹੁੰਦੇ ਨੇ। ਇੱਥੋਂ ਤੱਕ ਆਪਾਂ ਕਥਾ ਕੱਲ ਸਰਵਣ ਕੀਤੀ ਸੀ। ਆਓ ਜਿਸ ਤਰ੍ਹਾਂ ਲੜੀਵਾਰ ਕਥਾ ਅੱਗੇ ਆ ਰਹੀ ਹੈ, ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਾਰੀ ਸੰਗਤ ਪਿਆਰ ਨਾਲ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਭਾ ਲਗੀ ਸ੍ਰੀ ਅਰਜਨ ਜੀ ਤਬ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਅਸਥਾਨ ਤੇ ਸੋਹਣੀ ਸਭਾ ਲਾ ਕੇ ਵਿਰਾਜਮਾਨ ਹਨ। ਲੱਦੇ ਕੀ ਉਪਮਾ ਬੜ ਕੀਨਾ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਮੁਖੋਂ ਸੰਗਤ ਦੇ ਵਿੱਚ ਭਾਈ ਲੱਦਾ ਪਰਉਪਕਾਰੀ, ਇਹਨਾਂ ਦੀ ਬਹੁਤੀ ਉਪਮਾ ਜਿਹੜੀ ਹੈ ਉਹ ਸੰਗਤ ਵਿੱਚ ਕੀਤੀ ਹੈ। ਧੰਨ ਸਿੱਖ ਪੁਨ ਪਰਉਪਕਾਰੀ, ਗੁਰਦੇਵ ਕਹਿੰਦੇ ਹਨ ਸਿੱਖ ਧੰਨ ਨੇ ਅਤੇ ਪਰਉਪਕਾਰੀ ਬਿਰਤੀ ਰੱਖਦੇ ਹਨ। ਪਰਹਿਤ ਜਿਨੋ ਲਾਜ ਤਜ ਦੀਨਾ, ਜਿਨ੍ਹਾਂ ਨੇ ਪਰਾਏ ਦੇ ਹਿੱਤ ਵਾਸਤੇ, ਪਰਾਏ ਦੇ ਭਲੇ ਵਾਸਤੇ ਭਾਈ ਸੱਤੇ ਅਤੇ ਬਲਵੰਡ ਨੂੰ ਬਖਸ਼ਾਉਣ ਵਾਸਤੇ ਆਪਣੀ ਜਿਹੜੀ ਲੱਜਾ ਹੈ, ਸ਼ਰਮ ਹੈ, ਆਪਣੀ ਲਾਜ ਇੱਕ ਪਾਸੇ ਰੱਖ ਦਿੱਤੀ ਹੈ। ਕਰ ਨਾ ਸਕੈ ਪੁਨ ਕਰਿਓ ਨਾ ਕੈਸੀ, ਹਾਂ, ਕੋਈ ਵੀ ਐਸੀ ਕਿਰਿਆ ਜਿਹੜੀ ਹੈ ਉਹ ਨਹੀਂ ਕਰ ਸਕਦਾ। ਗੱਲਾਂ ਤੇ ਬਹੁਤ ਕਰਦੇ ਨੇ, ਆਪਣੇ ਆਪ ਨੂੰ ਇਹ ਕਹਿਣਾ ਕਿ ਮੈਂ ਵੀ ਵੱਡਾ ਸੇਵਕ ਹਾਂ, ਪਰ ਇਸ ਤੋਂ ਵੱਡੀ ਕੌਣ ਸੇਵਾ ਕਰ ਸਕਦਾ ਸੀ? ਭਾਈ ਲੱਦਾ ਜੀ ਵਰਗੀ, ਜਿਨ੍ਹਾਂ ਨੇ ਪਰਾਏ ਦੇ ਹਿੱਤ ਵਾਸਤੇ, ਪਰਾਏ ਦੇ ਭਲੇ ਵਾਸਤੇ ਆਪਣਾ ਆਪ ਵਿਗਾੜਿਆ ਤੇ ਰਤਾ ਭਰ ਵੀ ਜਿਹੜੀ ਸੀ ਉਹ ਇਸ ਦੇ ਵਿੱਚ ਸ਼ਰਮ ਨਾ ਮੰਨੀ। ਜਾਣੇ ਭਏ ਰਬਾਬੀ ਦੀਨਾ, ਤੇ ਜਾਣਿਆ ਕਿ ਜਿਹੜੇ ਰਬਾਬੀ ਹਨ ਉਹ ਬਹੁਤ ਦੀਨ ਹੋਏ ਹਨ। ਦੁਆਪੁਰ ਵਿਖੇ ਕੁਬੇਖ ਦਿਖਾਇਓ, ਦੋਨਾਂ ਨਗਰਾਂ ਦੇ ਵਿੱਚ ਆਪਣਾ ਜਿਹੜਾ ਸੀ
ਇੱਕੋ ਜਿਹਾ ਸਰੂਪ ਭੈੜਾ ਸਰੂਪ ਬਣਾ ਕੇ ਦਿਖਾਇਆ, ਇੱਕ ਲਾਹੌਰ ਵਿੱਚ, ਇੱਕ ਅੰਮ੍ਰਿਤਸਰ ਦੇ ਵਿੱਚ। ਅਸਲ ਵਿੱਚ ਸਰੂਪ ਤੇ ਭੈੜਾ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਦੀ ਕਿਰਤ ਮਾੜੀ ਹੈ, ਜਿਨ੍ਹਾਂ ਦੇ ਕਰਮ ਮਾੜੇ ਨੇ, ਜਿਨ੍ਹਾਂ ਦੀ ਕਰਤੂਤ ਮਾੜੀ। ਪਰਾਏ ਦੇ ਹਿੱਤ ਵਾਸਤੇ, ਪਰਾਏ ਦੇ ਭਲੇ ਵਾਸਤੇ, ਕਿਸੇ ਦਾ ਕੁਝ ਸਵਾਰਨ ਵਾਸਤੇ ਆਪਣੇ ਮੂੰਹ ਨੂੰ ਰੰਗ ਲੈਣਾ, ਬਸਤਰ ਮਲੀਨ ਪਾ ਲੈਣੇ, ਇਹਨੂੰ ਧਰਮ ਦੀ ਦੁਨੀਆ ਦੇ ਵਿੱਚ ਮਾੜਾ ਨਹੀਂ ਕਿਹਾ। ਕਿਉਂਕਿ ਜਦੋਂ ਕੋਈ ਵਪਾਰੀ ਵਪਾਰ ਕਰਦਾ ਹੈ, ਕਿਰਤ ਕਰਦਾ ਹੈ ਕੋਈ ਮਨੁੱਖ, ਤੇ ਆਪਾਂ ਦੇਖਦੇ ਹੀ ਹਾਂ ਜਿਹੜੇ ਕਿਰਤ ਕਰਨ ਵਾਲੇ ਲੋਕ ਨੇ ਉਹਨਾਂ ਦੇ ਕਈ ਵਾਰੀ ਕਿਰਤ ਹੀ ਐਸੀ ਹੁੰਦੀ ਹੈ ਕਿ ਕੰਮ ਕਰਦਿਆਂ ਕੱਪੜੇ ਜਿਹੜੇ ਨੇ ਉਹ ਮੈਲੇ ਹੋ ਜਾਂਦੇ ਨੇ। ਜਿਨ੍ਹਾਂ ਦੇ ਕਾਲਖ ਦੇ ਨਾਲ ਹੱਥ ਕਾਲੇ ਹੋਣ ਕਰਕੇ ਕਈ ਵਾਰੀ ਕਾਲਖ ਮੂੰਹ 'ਤੇ ਵੀ ਲੱਗ ਜਾਂਦੀ ਹੈ, ਪਰ ਕੋਈ ਵੀ ਉਹਨਾਂ ਨੂੰ ਦੇਖ ਕੇ ਇਸ ਤਰ੍ਹਾਂ ਨਹੀਂ ਕਹਿੰਦਾ ਕਿ ਤੁਹਾਡੇ ਮੂੰਹ 'ਤੇ ਕਾਲਖ ਲੱਗੀ, ਤੁਹਾਡਾ ਮੂੰਹ ਕਾਲਾ ਹੈ। ਸਾਰੇ ਜਾਣਦੇ ਨੇ ਕਿ ਕੰਮ ਕਰ ਰਹੇ ਨੇ ਤਾਂ ਕਰਕੇ ਕਾਲਖ ਲੱਗੀ ਹੋਵੇਗੀ। ਪਰ ਜਦੋਂ ਬੰਦੇ ਦੀ ਕਰਤੂਤ ਹੀ ਮਾੜੀ ਹੋਵੇ, ਕਰਮ ਹੀ ਮਾੜੇ ਹੋਣ, ਤੇ ਕੱਪੜੇ ਉਹਨੇ ਭਾਵੇਂ ਚੰਗੇ ਪਾਏ ਹੋਣ, ਪਰ ਮਾੜਾ ਕਰਮ ਕਰਨ ਕਰਕੇ ਜਦੋਂ ਲੋਕ ਦੇ ਵਿੱਚ ਉਹਦਾ ਅਪਜਸ ਹੁੰਦਾ ਹੈ, ਫਿਰ ਸਾਰੇ ਕਹਿੰਦੇ ਨੇ ਕਿ ਇਹਦੀਆਂ ਕਰਤੂਤਾਂ ਮਾੜੀਆਂ ਸੀ, ਉਹ ਕਾਲਖ ਇਹਦੇ ਮੂੰਹ 'ਤੇ ਲੱਗੀ। ਇਸ ਲਈ ਭਾਈ ਲੱਦੇ ਨੇ ਆਪਣਾ ਮੂੰਹ ਕਾਲਾ ਕੀਤਾ, ਬਸਤਰ ਮਲੀਨ ਪਾਏ। ਨਾ ਹੀ ਇਹ ਕਾਲਖ ਲੱਗਣ ਕਰਕੇ ਇਹਨਾਂ ਦਾ ਕੋਈ ਨਰਾਦਰ ਹੋਇਆ, ਨਾ ਹੀ ਇਹਨਾਂ ਦਾ ਕੁਝ ਘਟਿਆ, ਸਗੋਂ ਭਾਈ ਲੱਦਾ ਜੀ ਦਾ ਜਸ ਹੋਇਆ। ਅਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਜਸ ਮੂੰਹੋਂ ਗਾਇਆ ਹੈ, ਮੂੰਹੋਂ ਕੀਤਾ ਹੈ। ਜਿਹਦਾ ਜਸ ਗੁਰੂ ਮੂੰਹੋਂ ਕਰ ਰਹੇ ਹੋਣ ਉਹ ਕਿੰਨੇ ਭਾਗਾਂ ਵਾਲੇ ਹੋਣਗੇ। ਗੁਰਦੇਵ ਕਹਿੰਦੇ ਹਨ, ਧੰਨ ਸਿੱਖੀ ਪਰਉਪਕਾਰੀ ਭਾਈ ਲੱਦਾ ਤੇਰੀ ਬਿਰਤੀ ਹੈ। ਕਿਉਂਕਿ ਕੋਈ ਕੰਮ ਕਰਨਾ ਸਵਾਰਥ ਲਈ ਕਰਨਾ ਆਪਾਂ ਸਾਰੇ ਕਰਦੇ ਹਾਂ, ਪਰ ਪਰਉਪਕਾਰ ਵਾਸਤੇ, ਦੂਜਿਆਂ ਵਾਸਤੇ ਕੋਈ ਵਿਰਲੇ ਹੀ ਪਰਉਪਕਾਰੀ ਹੁੰਦੇ ਨੇ, ਜਿਨ੍ਹਾਂ ਬਾਰੇ ਗੁਰੂ ਸਾਹਿਬ ਦਾ ਫਰਮਾਨ ਹੈ, ਜਨ ਪਰਉਪਕਾਰੀ ਆਏ। ਸਤਿਗੁਰੂ ਜੀ ਕਹਿੰਦੇ ਹਨ, ਧੰਨ ਹੈ ਭਾਈ ਲੱਦੇ ਤੂੰ, ਦੁਆਇਪੁਰ ਵਿਖੇ ਕੁਬੇਖ ਦਿਖਾਇਓ। ਦੋਨਾਂ ਨਗਰਾਂ ਦੇ ਵਿੱਚ, ਲਾਹੌਰ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਆਪਣਾ ਜਿਹੜਾ ਸਰੂਪ ਹੈ ਉਹ ਬੜਾ ਹੋਰ ਤਰ੍ਹਾਂ ਬਣਾ ਕੇ ਦਿਖਾਇਆ ਹੈ। ਅਰਜ ਗੁਜ਼ਾਰ ਗੇ ਦੁਖਹੀਨਾ, ਤੇ ਫਿਰ ਬੇਨਤੀ ਕਰਕੇ ਭਾਈ ਸੱਤੇ ਅਤੇ ਬਲਵੰਡ ਦਾ ਦੁੱਖ ਦੂਰ ਕਰ ਦਿੱਤਾ ਹੈ। ਸਾਰ ਮਹਾ ਸੁਤਨ ਸਿਮਰਨ ਸਤਨਾਮੋ, ਇਹ ਸਭ ਤੋਂ ਉੱਤਮ ਇਹ ਕਰਮ ਕਰਦੇ ਹਨ ਕਿ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਨੇ। ਕਾਰ ਮਹਾ ਕਰਬੇ ਉਪਕਾਰ, ਫਿਰ ਵੱਡੀ ਇਹਨਾਂ ਦੀ ਕਾਰ ਹੈ ਕਿ ਉਪਕਾਰ ਇਹਨਾਂ ਨੇ ਕੀਤਾ ਹੈ, ਸਭ ਤੋਂ ਵੱਡਾ ਕੰਮ ਹੈ। ਹਰੇਕ ਬੰਦਾ ਆਪਣੇ ਸਵਾਰਥ ਵਾਸਤੇ ਤਾਂ ਵੱਡੇ ਵੱਡੇ ਕਾਰਨਾਮੇ ਕਰਦਾ ਹੈ, ਪਰ ਦੂਜੇ ਦੇ ਭਲੇ ਵਾਸਤੇ, ਦੂਜੇ ਦਾ ਕੁਝ ਸਵਾਰਨ ਦੇ ਲਈ ਕੋਈ ਵਿਰਲੇ ਹੀ ਹਨ ਜਿਹੜੇ ਪਰਉਪਕਾਰੀ ਜਨ ਹੁੰਦੇ ਨੇ। ਪਰ ਪਰਉਪਕਾਰ ਵੀ ਉਹ ਕਰ ਸਕਦਾ ਹੈ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੋਵੇ। ਸਿਮਰਨ ਕਰਨਾ, ਭਗਤੀ ਕਰਨੀ, ਬੰਦਗੀ ਕਰਨੀ, ਇਹ ਉੱਤਮ ਕਾਰ ਹੈ। ਅਤੇ ਭਗਤੀ ਕਰਨ ਵਾਲੇ ਹੀ ਜਿਹੜੇ ਨੇ ਉਹ ਪਰਉਪਕਾਰੀ ਜੀਵਨ ਉਹਨਾਂ ਦਾ ਹੁੰਦਾ ਹੈ, ਉਹ ਪਰਉਪਕਾਰੀ ਜੀਵਨ ਬਤੀਤ ਕਰਦੇ ਨੇ। ਇਹਨਾਂ ਦੋਨੋਂ ਬਿਨ ਮਾਨੁਖ ਤਨ ਧਿਕ, ਇਹਨਾਂ ਦੋਨਾਂ ਤੋਂ ਬਿਨਾਂ ਜਿਹੜਾ ਮਨੁੱਖਾ ਸਰੀਰ ਹੈ ਉਹਨੂੰ ਤਰਕਾਰ ਹੈ। ਗੁਰੂ ਸਾਹਿਬ ਦੇ ਪਾਵਨ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ, ਭਾਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਨ੍ਹਾਂ ਨੇ ਇਹਨਾਂ ਪੰਕਤੀਆਂ ਦੇ ਅਰਥ ਨੂੰ ਸਮਝਿਆ, ਇਸ ਸੰਸਾਰ ਦੇ ਵਿੱਚ ਆ ਕੇ ਭਗਤੀ ਕਰਕੇ, ਨਾਮ ਜਪ ਕੇ, ਬਾਣੀ ਪੜ੍ਹ ਕੇ, ਧਰਮ ਦੀ ਦੁਨੀਆ ਦੇ ਵਿੱਚ ਚੰਗੇ ਕਰਮ ਕਰਕੇ ਮੁੱਖ ਉਜਲਾ ਕੀਤਾ ਹੈ, ਉਹਨਾਂ ਦਾ ਇਸ ਸੰਸਾਰ ਦੇ ਵਿੱਚ ਆਉਣਾ ਭਲਾ ਹੈ। ਫਿਰ ਪਰਉਪਕਾਰੀ ਜਿਹੜੇ ਜੀਵ ਹਨ, ਜਿਨ੍ਹਾਂ ਬਾਰੇ ਗੁਰੂ ਸਾਹਿਬ ਜੀ ਇਹ ਬਚਨ ਕਹਿੰਦੇ ਨੇ, ਜਿਹੜੇ ਆਪ ਜਪਦੇ ਨੇ, ਆਪਣੀ ਜੀਵ ਆਤਮਾ ਦੇ ਤਰਸ ਕਰਕੇ ਦੂਜਿਆਂ ਵੱਲ ਦੇਖਦੇ ਨੇ ਕਿ ਇਹਨਾਂ ਦਾ ਵੀ ਭਲਾ ਹੋ ਜਾਵੇ। ਕਿਉਂਕਿ ਇਹ ਸੰਸਾਰ ਜਿਹੜਾ ਹੈ ਵਿਸ਼ਿਆਂ ਵਿਕਾਰਾਂ ਦੇ ਵਿੱਚ ਲਾ ਕੇ, ਪਾਪਾਂ ਦੇ ਵਿੱਚ ਲਾ ਕੇ ਸੰਸਾਰ ਸਮੁੰਦਰ ਦੇ ਵਿੱਚ ਲੋਕ ਡੁੱਬਦੇ ਜਾ ਰਹੇ। ਇਹਨਾਂ ਉੱਤੇ ਤਰਸ ਕਰਨ ਵਾਸਤੇ ਜਿਹੜੇ ਆਪ ਨਾਮ ਜਪਣ ਵਾਲੇ ਸੀ, ਦੂਜਿਆਂ ਦੀ ਹਾਲਤ ਤਰਸਯੋਗ ਦੇਖੀ ਅਤੇ ਦੂਜਿਆਂ ਨੂੰ ਵੀ ਭਗਤੀ ਕਰਨ ਦਾ, ਸੰਗਤ ਕਰਨ ਦਾ ਉਪਦੇਸ਼ ਦਿੱਤਾ ਹੈ। ਇਸ ਲਈ ਇਹ ਜਿਹੜੇ ਨਾਮ ਜਪਦੇ ਨੇ ਅਤੇ ਪਰਉਪਕਾਰ ਕਰਦੇ ਨੇ, ਉਹਨਾਂ ਦਾ ਇਸ ਸੰਸਾਰ ਵਿੱਚ ਆਉਣਾ ਧੰਤਾ ਦੇ ਯੋਗ ਹੈ। ਅਤੇ ਦੋਨਾਂ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਅਤੇ ਪਰਉਪਕਾਰ ਤੋਂ ਬਿਨਾਂ ਜਿਹੜਾ ਜੀਵਨ ਬਤੀਤ ਕਰਨਾ ਹੈ ਉਹ ਤਰਕਾਰ ਹੈ। ਸਮੋ ਬਿਤਾਵੈ ਲਖੇ ਨ ਸਾਰ, ਜਿਹੜਾ ਇਸ ਸਾਰ ਨੂੰ, ਸਿਧਾਂਤ ਨੂੰ ਸਮਝਦਾ ਨਹੀਂ,
ਸਿਮਰਨ ਤੋਂ ਬਿਨਾਂ ਪਰਉਪਕਾਰ ਤੋਂ ਬਿਨਾਂ ਸਮਾਂ ਬਤੀਤ ਕਰਦਾ ਹੈ, ਪੂਛ ਸਿੰਗ ਬਿਨ ਪਸ਼ੂ ਜਨਮ ਤੇਨਾ। ਉਹਦਾ ਜਨਮ ਇਸ ਤਰ੍ਹਾਂ ਜਾਣੋ ਜਿਸ ਤਰ੍ਹਾਂ ਪੂੰਛ ਤੇ ਸਿੰਘਾਂ ਤੋਂ ਬਿਨਾਂ ਕੋਈ ਪਸ਼ੂ ਹੋਵੇ। ਦਿਸਦੇ ਤਾਂ ਮਨੁੱਖੀ ਸਰੀਰ ਨੇ, ਪਰ ਭਗਤੀ ਨਹੀਂ ਕੀਤੀ, ਪਰਉਪਕਾਰ ਕੀਤਾ ਹੀ ਨਾ। ਤੇ ਗੁਰੂ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਕਰਤੂਤ ਪਸ਼ੂ ਕੀ ਮਾਨਸ ਜਾਤ। ਜੇ ਬੰਦੇ ਦੀ ਬਿਰਤੀ ਐਸੀ ਹੋਵੇ ਕਿ ਦੂਜੇ ਦਾ ਧਨ ਦੇ ਕੇ, ਦੂਜੇ ਦੇ ਪਦਾਰਥ ਦੇ ਕੇ ਉਹਨੂੰ ਖੋਹਣ ਦਾ ਯਤਨ ਕਰੇ, ਇਸੇ ਤਰ੍ਹਾਂ ਹੀ ਤੇ ਪਸ਼ੂ ਕਰਦੇ ਨੇ। ਜਦੋਂ ਕੁੱਕਰਾਂ ਅੱਗੇ, ਕੁੱਤਿਆਂ ਅੱਗੇ ਰੋਟੀ ਪਈ ਦੇਖੀਏ ਤੇ ਆਪਣੀ ਰੋਟੀ ਘੱਟ ਖਾਂਦੇ ਨੇ, ਦੂਜੇ ਦੇ ਅੱਗੇ ਪਈ ਹੋਈ ਰੋਟੀ ਦੇਖ ਕਰਕੇ ਤੇ ਉਸ ਨੂੰ ਭੌਂਕਦੇ ਨੇ, ਉਹਦੇ ਨਾਲ ਲੜਦੇ ਹਨ। ਤੇ ਜੇ ਇਸ ਤਰ੍ਹਾਂ ਦੇ ਬੰਦਾ ਕਰਮ ਕਰ ਰਿਹਾ ਹੈ, ਫਿਰ ਕਰਤੂਤ ਪਸ਼ੂਆਂ ਵਾਲੀ ਹੈ ਤੇ ਕਿਸ ਤਰ੍ਹਾਂ ਸਰੀਰ ਮਨੁੱਖਾਂ ਵਾਲੇ ਨੇ। ਇੰਜ ਕਹਿ ਲਓ, ਪੂੰਛ ਸਿੰਗ ਬਿਨ ਪਸ਼ੂ ਜਨਮ ਤਿੰਨ। ਪੂੰਛਾਂ ਤੋਂ ਬਿਨਾਂ, ਸਿੰਘਾਂ ਤੋਂ ਬਿਨਾਂ ਉਹਨਾਂ ਦਾ ਜਨਮ ਪਸ਼ੂਆਂ ਵਾਲਾ। ਕਿਹਨਾਂ ਦਾ? ਜਿਹੜੇ ਨਾਮ ਨਹੀਂ ਜਪਦੇ, ਪਰਉਪਕਾਰ ਕਰਦੇ ਹੀ ਨਹੀਂ। ਕਿਉਂਕਿ ਨਿਜ ਸਵਾਰਥ ਵਾਸਤੇ ਤਾਂ ਪਸ਼ੂ ਵੀ ਆਪਣਾ ਕਰਮ ਕਰ ਲੈਂਦੇ ਨੇ, ਫਰਜ਼ ਸਮਝਦੇ। ਆਪਾਂ ਦੇਖਦੇ ਹਾਂ ਕਿ ਜੇ ਕੇਵਲ ਇੰਨਾ ਹੀ ਮਨੁੱਖ ਸੋਚੇ ਕਿ ਮੇਰਾ ਸੰਸਾਰ ਵਿੱਚ ਆਉਣ ਦਾ ਕਰਮ ਇੰਨਾ ਕੁ ਸੀ ਕਿ ਮੈਂ ਆਪਣਾ ਕੰਮ ਕਰਨਾ ਅਤੇ ਆਪਣੇ ਪਰਿਵਾਰ ਦਾ ਹੀ ਢਿੱਡ ਭਰਨਾ ਹੈ, ਅਤੇ ਫਿਰ ਜਿਹੜੇ ਪਸ਼ੂ ਪੰਛੀ ਨੇ ਉਹ ਵੀ ਤਾਂ ਆਪਣੇ ਬੱਚਿਆਂ ਦੀ ਪਾਲਣਾ ਕਰ ਲੈਂਦੇ ਨੇ। ਇੱਥੋਂ ਤੱਕ ਦੇਖੀਦਾ ਕਿ ਜਿਹੜੀ ਗਊ ਹੈ ਉਹ ਕਈ ਵਾਰੀ ਜਿਹੜੇ ਕਲਯੁਗੀ ਜੀਵ ਨੇ, ਕਲਯੁਗੀ ਮਾਵਾਂ ਨੇ, ਉਹਨਾਂ ਨਾਲੋਂ ਵੱਧ ਪਿਆਰ ਆਪਣੇ ਵਛੇਰੇ ਨੂੰ ਕਰਦੀਆਂ ਨੇ। ਪਿਆਰ ਤਾਂ ਉਹ ਵੀ ਕਰਦੀਆਂ ਨੇ, ਦੁੱਧ ਤਾਂ ਉਹ ਵੀ ਵਛੇਰੇ ਨੂੰ ਪਿਆ ਕੇ ਉਹਨੂੰ ਪਾਲ ਲੈਂਦੀਆਂ ਨੇ। ਪਰ ਹੁਣ ਸੰਸਾਰ ਵਿੱਚ ਆਉਣ ਦਾ ਸਾਡਾ ਮਕਸਦ ਕੀ ਹੈ? ਮਹਾਰਾਜ ਕਹਿੰਦੇ ਹਨ ਕਿ ਜੇ ਸੰਸਾਰ ਦੇ ਵਿੱਚ ਆ ਕੇ ਸਿਮਰਨ ਨਹੀਂ ਕੀਤਾ, ਪਰਉਪਕਾਰ ਨਹੀਂ ਕੀਤਾ। ਪਰਉਪਕਾਰ ਹੁੰਦਾ ਹੈ ਦੂਜੇ ਲਈ ਕੁਝ ਕਰਕੇ ਜਾਣਾ, ਸੰਸਾਰ ਲਈ, ਸਮਾਜ ਲਈ, ਜੀਵਾਂ 'ਤੇ ਤਰਸ ਕਰਨਾ। ਜਿਹੜੇ ਇਸ ਤਰ੍ਹਾਂ ਜੀਵਨ ਬਤੀਤ ਕਰਦੇ ਨੇ ਉਹਨਾਂ ਦਾ ਸੰਸਾਰ ਵਿੱਚ ਆਉਣਾ ਭਲਾ ਹੈ। ਜਿਹੜੇ ਸਿਮਰਨ ਅਤੇ ਪਰਉਪਕਾਰ ਤੋਂ ਬਿਨਾਂ ਸਮਾਂ ਬਤੀਤ ਕਰਦੇ ਨੇ ਉਹ ਸਿੰਘਾਂ ਅਤੇ ਪੂੰਛਾਂ ਤੋਂ ਬਿਨਾਂ ਪਸ਼ੂ ਹਨ, ਕੇਵਲ ਸਰੀਰ ਹੀ ਮਨੁੱਖਾਂ ਵਾਲੇ ਹਨ। ਆਏ ਬਾਦ ਬੀਚ ਸੰਸਾਰ, ਉਹਨਾਂ ਦਾ ਸੰਸਾਰ ਵਿੱਚ ਆਉਣਾ ਬਾਦ ਬਿਰਥਾ ਹੈ। ਅੰਤ ਸਮੇਂ ਜਮਦੂਤ ਗਹਿ ਡਿੱਡ। ਜਦੋਂ ਅੰਤਲਾ ਸਮਾਂ ਆਉਂਦਾ ਹੈ ਨਾ, ਤੇ ਫਿਰ ਜਮਾਂ ਦੇ ਦੂਤ ਆ ਕੇ ਫੜਦੇ ਨੇ। ਜਬ ਜਮ ਆਏ ਕੇਸ ਗਹਿ ਪਟਕੈ। ਉਦੋਂ ਜਮ ਨਹੀਂ ਦੇਖਦੇ। ਬੰਦਾ ਜਿੰਨਾ ਮਰਜ਼ੀ ਕਵੇ ਮੈਂ ਤਰੱਕੀ ਬੜੀ ਕੀਤੀ ਹੈ, ਮੇਰਾ ਪਰਿਵਾਰ ਬਹੁਤ ਵੱਡਾ ਹੈ, ਮੇਰਾ ਕਾਰੋਬਾਰ ਬਹੁਤ ਵੱਡਾ ਹੈ, ਉਦੋਂ ਨਹੀਂ ਦੇਖਿਆ ਜਾਂਦਾ। ਉਦੋਂ ਕੇਵਲ ਇਹ ਦੇਖਿਆ ਜਾਂਦਾ ਹੈ ਕਿ ਇਹਨੇ ਸੰਸਾਰ ਵਿੱਚ ਆ ਕੇ ਨਾਮ ਜਪਿਆ ਕਿ ਨਹੀਂ। ਨਹੀਂ ਤਾਂ ਗੁਰਬਾਣੀ ਦੇ ਪਾਵਨ ਵਾਕ ਹਨ, ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾ। ਜਿਹੜੇ ਨਾਮ ਜਪ ਕੇ ਜਾਂਦੇ ਨੇ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦਾ ਲੋਕ ਪਰਲੋਕ ਵਿੱਚ ਜਸ ਹੁੰਦਾ ਹੈ। ਪਰ ਜਿਹੜੇ ਸੰਸਾਰ ਵਿੱਚ ਆਉਂਦੇ ਨੇ ਕੇਵਲ ਵਿਸ਼ਿਆਂ ਵਿਕਾਰਾਂ ਵਿੱਚ ਪੈ ਕੇ, ਕੇਵਲ ਆਪਣੇ ਸਵਾਰਥ ਲਈ ਜੀਵਨ ਜੀ ਕੇ ਗਏ ਨੇ, ਉਹਨਾਂ ਨੂੰ ਫਿਰ ਜੰਮ ਜਿਹੜੇ ਨੇ ਉਹ ਫੜ ਲੈਂਦੇ। ਬੰਦਾ ਕਵੇ ਕਿ ਮੈਂ ਤੇ ਜੀ ਕਿਸੇ ਦਾ ਕੋਈ ਨੁਕਸਾਨ ਨਹੀਂ ਸੀ ਕੀਤਾ ਤੇ ਫਿਰ ਮੈਨੂੰ ਕਿਉਂ ਫੜਿਆ? ਗੁਰਦੇਵ ਕਹਿੰਦੇ ਨੇ ਤੂੰ ਵੀ ਚੋਰ ਹੈ ਜੇ ਨਾਮ ਨਹੀਂ ਜਪਦਾ, ਤੇ ਤਸਕਰ ਜੋ ਨਾਮ ਨਾ ਲੇਵੇਂ। ਚੋਰ ਤੋਂ, ਤਸਕਰ ਤੋਂ ਭਾਵ ਹੈ ਚੋਰ। ਉਹ ਵੀ ਚੋਰ ਨੇ ਜਿਹੜੇ ਨਾਮ ਨਹੀਂ ਜਪਦੇ ਕਾਰਨ, ਕਿਉਂਕਿ ਮਨੁੱਖਾਂ ਦੇ ਸਵਾਸ ਮਿਲੇ ਤਾਂ ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਸਨ। ਪਰ ਜੇ ਨਾਮ ਨੂੰ ਭੁਲਾਇਆ, ਸਿਮਰਨ ਭੁਲਾ ਦਿੱਤਾ ਪਰਮਾਤਮਾ ਦਾ। ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਭੋਗਾਣੀ, ਜਿਨ ਦੀਆ ਤਿਸ ਚੀਤ ਨਾ ਆਵਈ ਪਸ਼ੂ ਹਾਉ ਕਰ ਜਾਣੀ। ਜਿਹਨੇ ਸਾਰਾ ਕੁਝ ਦਿੱਤਾ ਉਹਦਾ ਸਿਮਰਨ ਹੀ ਨਾ ਕੀਤਾ ਤੇ ਉਹਨੂੰ ਕਿਹਾ ਜਾਂਦਾ ਹੈ ਅਕਿਰਤ ਘਣ। ਅਕਿਰਤ ਘਣ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਸਾਰਾ ਕੁਝ ਲਈ ਜਾਵੇ ਤੇ ਫਿਰ ਨਾ ਸ਼ੁਕਰਾ ਬਣ ਜਾਵੇ। ਇਸੇ ਤਰ੍ਹਾਂ ਸਾਡੀ ਹਾਲਤ ਹੈ, ਸਾਰਾ ਕੁਝ ਲੈ ਕੇ ਵੀ ਕਹਿੰਦੇ ਆ ਪਰਮਾਤਮਾ ਨੇ ਦਿੱਤਾ ਕੀ ਹੈ? ਨਾ ਜਪਜੀ ਸਾਹਿਬ ਪੜ੍ਹਨਾ, ਨਾ ਉਹਦਾ ਸ਼ੁਕਰਾਨਾ ਕਰਨਾ, ਨਾ ਅਰਦਾਸ ਕਰਨੀ, ਕੇਵਲ ਸਵਾਰਥ ਵਿੱਚ ਜੀਵਨ ਬਤੀਤ ਕਰ ਦੇਣਾ। ਕਹਿੰਦੇ ਹਨ ਕਿ ਉਹਨਾਂ ਦਾ ਜੀਵਨ ਬਾਦ ਬਿਰਥਾ ਹੈ। ਝੂਰਤ ਗਮਨੈ ਦੁਆ ਕਰ ਝਾਰ। ਜਦੋਂ ਜਮ ਆ ਕੇ ਫੜਦੇ ਨੇ ਤੇ ਫਿਰ ਉਹ ਜੀਵ ਜਿਹੜੇ ਖਾਲੀ ਹੱਥ ਸੰਸਾਰ ਤੋਂ ਤੁਰਦੇ ਨੇ ਨਾ, ਉਹ ਫਿਰ ਦੋਵੇਂ ਹੱਥ ਝਾੜਦੇ ਨੇ ਤੇ ਫਿਰ ਬੜੇ ਝੂਰਦੇ ਨੇ। ਕਾਰਨ ਇੰਨਾ ਕੁਝ ਜੋੜਿਆ, ਪਰ ਜਿਹੜੀ ਵਸਤੂ ਪਰਲੋਕ ਵੱਲ ਨਾਲ ਲੈ ਕੇ ਜਾਣੀ ਸੀ ਉਹ ਵਸਤੂ ਤਾਂ ਹੁਣ ਕੋਲ ਹੈ ਨਹੀਂ। ਗੁਰੂ ਕਲਗੀਧਰ ਸਾਹਿਬ ਜੀ ਦੇ ਪਾਵਨ ਵਾਕ ਹਨ ਕਿ ਇੰਨਾ ਕੁਝ ਰਾਜਿਆਂ ਕੋਲ ਸੀ, ਪਰ ਫਿਰ ਕੀ ਹੋਇਆ?
ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅੰਤ ਨੂੰ ਤਾਂ ਨੰਗੇ ਪੈਰ ਹੀ ਸੰਸਾਰ ਤੋਂ ਕੂਚ ਕਰ ਗਏ ਨਾ। ਫਿਰ ਜਦੋਂ ਜੀਵ ਖਾਲੀ ਹੱਥ ਸੰਸਾਰ ਤੋਂ ਤੁਰਦਾ ਹੈ ਤੇ ਫਿਰ ਦੋਵੇਂ ਹੱਥ ਝਾੜ ਕੇ ਬੜਾ ਪਛਤਾਉਂਦਾ ਹੈ। ਕਿਉਂਕਿ ਜਦੋਂ ਕਿਸੇ ਦੇ ਪੱਲੇ ਕੁਝ ਨਾ ਪਵੇ ਤੇ ਬੰਦਾ ਕਹਿੰਦਾ ਤੂੰ ਤਾਂ ਹੱਥ ਹੀ ਮਲਦਾ ਰਹਿ ਗਿਆ, ਤੇਰੇ ਹੱਥ ਤਾਂ ਆਇਆ ਹੀ ਕੁਝ ਨਹੀਂ। ਇਸੇ ਤਰ੍ਹਾਂ ਜਦੋਂ ਖਾਲੀ ਪਰਲੋਕ ਵੱਲ ਤੁਰਾਂਗੇ, ਜਮਾ ਨੇ ਆ ਕੇ ਫੜਿਆ, ਪੱਲੇ ਵਸਤੂ ਕੋਈ ਹੋਈ ਨਾ, ਕਿਉਂਕਿ ਕੀਮਤੀ ਵਸਤੂ ਤਾਂ ਨਾਮ ਸੀ। ਗੁਰਦੇਵ ਦਾ ਪਾਵਨ ਵਾਕ ਆਪਾਂ ਪੜ੍ਹਦੇ ਹਾਂ, ਜਹ ਪੈਡੈ ਮਹ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਜਾਨੂ। ਸਜਾਨੂ ਤੂੰ ਭਾਵ ਜਿੱਥੇ ਰਸਤੇ ਤੇਰੀ ਕਿਸੇ ਨੇ ਪਛਾਣ ਨਹੀਂ ਕਰਨੀ। ਇੱਥੇ ਤਾਂ ਬੜੀ ਵਾਹ ਹੋ ਰਹੀ ਹੈ, ਬੜੇ ਜਾਣ ਪਛਾਣ ਵਾਲੇ ਨੇ, ਪਰ ਇੱਕ ਦਿਨ ਪਰਲੋਕ ਦੇ ਰਸਤੇ ਤੁਰਨਾ ਜਿੱਥੇ ਪਛਾਣਨ ਵਾਲਾ ਕੋਈ ਨਹੀਂ। ਉੱਥੇ ਮਹਾਰਾਜ ਕਹਿੰਦੇ ਕੇਵਲ ਤਾਂ ਕੇਵਲ ਜਿਹਨੇ ਨਾਮ ਜਪਿਆ ਹੋਵੇਗਾ ਨਾ, ਉਹਦੀ ਹੀ ਪਛਾਣ ਬਣਦੀ ਹੈ। ਇਸ ਲਈ ਜਦੋਂ ਸੰਸਾਰ ਤੋਂ ਬੰਦਾ ਹੱਥ ਝਾੜ ਕੇ ਤੁਰਦਾ ਹੈ, ਫਿਰ ਅਖੀਰ ਬੜਾ ਪਛਤਾਉਂਦਾ ਹੈ। ਪੁੰਨ ਦਾਨ ਤਪ ਮਖ ਕੋ ਕਰਬੋ। ਜਿਨਨੇ ਪੁੰਨ ਕੀਤਾ ਹੈ, ਦਾਨ ਕੀਤੇ, ਜਗ ਕੀਤੇ ਹਨ ਧਰਮ ਦੇ ਨਾਂ ਤੇ, ਹੋਤ ਨਾ ਪਰਉਪਕਾਰ ਸਮਾਨ। ਪਰ ਉਪਕਾਰ ਦੇ ਸਮਾਨ ਇਹ ਨਹੀਂ ਹੋ ਸਕਦੇ। ਠੀਕ ਹੈ, ਦਾਨ ਪੁੰਨ ਕਰਨਾ, ਜਗ ਕਰਨੇ ਭਲਾ ਹੈ, ਧਰਮ ਦੇ ਕਰਮ ਨੇ, ਪਰ ਪਰਉਪਕਾਰ ਕਰਨਾ ਇਹ ਸਭ ਤੋਂ ਵੱਡਾ ਕਰਮ ਹੈ। ਸਾਧ ਸੰਗਤ, ਜਦੋਂ ਆਪਾਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹਦੇ ਹਾਂ ਨਾ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਜੀਵਾਂ ਨੂੰ ਦੇਖਿਆ ਕਿ ਇਹ ਜੇਲ੍ਹਾਂ ਦੇ ਵਿੱਚ ਪਏ ਹੋਏ ਬਹੁਤ ਦੁਖੀ ਹਨ, ਤੇ ਉਹਨਾਂ ਨੂੰ ਬਾਬਰ ਦੀ ਕੈਦ ਚੋਂ ਰਿਹਾ ਕਰਾਉਣ ਵਾਸਤੇ ਸਤਿਗੁਰੂ ਆਪ ਕੈਦੀ ਦੇ ਰੂਪ ਦੇ ਵਿੱਚ ਬਾਬਰ ਦੀ ਜੇਲ੍ਹ ਦੇ ਵਿੱਚ ਜਾਂਦੇ ਨੇ। ਜਦੋਂ ਫਿਰ ਉੱਥੇ ਸਿਪਾਹੀ ਜਿਹੜੇ ਸਾਨੂੰ ਦੇਖਦੇ ਨੇ ਕਿ ਚੱਕੀਆਂ ਆਪੇ ਚੱਲੀਆਂ, ਉਹਨਾਂ ਨੇ ਬਾਬਰ ਨੂੰ ਦੱਸਿਆ, ਤੇ ਬਾਬਰ ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨੀ ਪਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਤੁਸੀਂ ਮਹਾਂਪੁਰਖ ਹੋ, ਸਾਨੂੰ ਭੁਲੇਖਾ ਲੱਗਾ, ਬਹੁਤ ਵੱਡੀ ਗਲਤੀ ਹੋਈ ਕਿ ਕਮਾਈ ਵਾਲਿਆਂ ਨੂੰ ਜੇਲ੍ਹ ਵਿੱਚ ਲੈ ਆਂਦਾ, ਤੁਸੀਂ ਇੱਥੋਂ ਹੁਣ ਬਾਹਰ ਚੱਲੋ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਰਉਪਕਾਰ ਦਾ ਸਬਕ ਪੜ੍ਹਾਇਆ। ਗੁਰਦੇਵ ਕਹਿਣ ਲੱਗੇ ਕਿ ਮਨੁੱਖ ਨੂੰ ਕੈਦ ਵਿੱਚ ਪਾਵੇ, ਇਹ ਬਹੁਤ ਵੱਡਾ ਪਾਪ ਹੈ। ਅਸੀਂ ਤਾਂ ਇੱਥੋਂ ਬਾਹਰ ਜਾਵਾਂਗੇ ਜੇ ਇਹਨਾਂ ਕੈਦੀਆਂ ਨੂੰ ਵੀ ਤੂੰ ਬਾਬਰ ਰਿਹਾ ਕਰੇ। ਸਾਧ ਸੰਗਤ, ਪਰਉਪਕਾਰੀ ਬਿਰਤੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਦੀ ਬਣਾਈ ਹੈ ਕਿ ਦੂਜੇ ਦਾ ਕੁਝ ਸਵਾਰਨ ਵਾਸਤੇ ਸਤਿਗੁਰੂ ਆਪ ਜੇਲ੍ਹ ਵਿੱਚ ਕੈਦੀ ਦੇ ਰੂਪ ਵਿੱਚ ਜਾਂਦੇ। ਪੰਜਵੇਂ ਸਰੂਪ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣਾ ਆਪ ਕੁਰਬਾਨ ਕੀਤਾ। ਨੌਵੇਂ ਸਰੂਪ ਦੇ ਵਿੱਚ ਚੱਲ ਕੇ ਕਸ਼ਮੀਰ ਦੇ ਪੰਡਤ ਆਏ, ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਕਹਿੰਦੇ ਹਨ ਕਿ ਸ਼੍ਰੀ ਹਰਗੋਬਿੰਦ ਕੇ ਆਨੰਦ ਬਾਹੇ ਅਸਾਡੀ ਪਕੜੀ ਹੈ, ਇਹ ਸਾਡੀ ਬਾਂਹ ਫੜੋ, ਸਾਡੀ ਧਰਮ ਦੀ ਨਈਆ ਡੁੱਬਦੀ ਜਾ ਰਹੀ ਹੈ। ਬਾਹੇ ਦੁਖੀ ਵਿਪਰ ਚੱਲ ਆਏ, ਵਿੱਚ ਪੁਰੀ ਆਨੰਦ। ਕਹਿਣ ਲੱਗੇ ਬਾਹੇ ਅਸਾਡੀ ਪਕੜੀ ਹੈ ਸ਼੍ਰੀ ਹਰਗੋਬਿੰਦ ਕੇ ਆਨੰਦ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ, ਸਾਡੀ ਬਾਂਹ ਫੜੋ। ਹੁਣ ਸਾਡੀ ਬਾਂਹ ਫੜਨ ਵਾਲਾ, ਸਾਡੇ ਧਰਮ ਨੂੰ ਬਚਾਉਣ ਵਾਲਾ ਹੋਰ ਕੋਈ ਨਹੀਂ। ਬੜਾ ਵੱਡਾ ਪਰਉਪਕਾਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਨੇ। ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੈ ਬਾਹੇ ਨਾ ਛੋਡੀ ਹੈ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਏ। ਕਿਸੇ ਦੇ ਧਰਮ ਦੀ ਖਾਤਰ, ਮਨੁੱਖਤਾ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਤੱਕ ਦੇਣਾ। ਇਹ ਬੜਾ ਵੱਡਾ ਪਰਉਪਕਾਰ ਦਾ ਸਬਕ ਸਤਿਗੁਰੂ ਸਾਨੂੰ ਸਿਖਾ ਕੇ ਗਏ। ਅੱਜ ਦੇਖੀਏ ਲੋਕ ਆਪਣੇ ਸਵਾਰਥ ਲਈ ਸਾਰਾ ਕੁਝ ਕਰ ਰਹੇ ਨੇ, ਸਗੋਂ ਧਰਮ ਦੇ ਪਹਿਰਾਵੇ ਪਾ ਕੇ ਵੀ ਜੋ ਕੁਝ ਕਰਦੇ ਨੇ ਕਿ ਮੇਰਾ ਫਿਰਕਾ, ਆ ਮੇਰਾ ਧਰਮ, ਮੈਂ ਇਹਦੇ ਲਈ ਸਭ ਕੁਝ ਕਰਨਾ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੀ ਮਨੁੱਖਤਾ ਦੀ ਖਾਤਰ ਆਪਣਾ ਸਰਬੰਸ ਤੱਕ ਕੁਰਬਾਨ ਕੀਤਾ ਹੈ। ਇਹ ਪਰਉਪਕਾਰ ਦਾ ਬਹੁਤ ਵੱਡਾ ਸਬਕ ਸਤਿਗੁਰਾਂ ਨੇ ਸਾਨੂੰ ਪੜ੍ਹਾਇਆ ਹੈ। ਇਸ ਲਈ ਇਹ ਹੋ ਪੁੰਨ ਦਾਨ ਤਪ ਮਖ ਕੋ ਕਰਬੋ, ਹੋਤ ਨਾ ਪਰਉਪਕਾਰ ਸਮਾਨ। ਠੀਕ ਹੈ, ਦਾਨ ਪੁੰਨ ਕਰਨਾ, ਜਗ ਕਰਨੇ ਭਲਾ ਹੈ, ਪਰ ਇਹ ਸਾਰਾ ਕੁਝ ਪਰਉਪਕਾਰ ਦੇ ਸਮਾਨ ਨਹੀਂ ਹੋ ਸਕਦੇ। ਕਲ ਮਲ ਕਰਨ ਅਨੇਕਨ ਰੀਤੀ। ਕਲਯੁਗ ਦੇ ਸਮੇਂ ਅੰਦਰ ਅਨੇਕਾਂ ਤਰ੍ਹਾਂ ਦੇ ਜਿਹੜੇ ਪਾਪ ਹਨ, ਕਿਰਤ ਘਨ ਕੇ ਸਮ ਕੋਈ ਨਾ ਜਾਣ। ਅਕਿਰਤ ਘਣ ਦੇ ਬਰਾਬਰ ਹੋਰ ਕੋਈ ਪਾਪ ਨਹੀਂ ਹੈ। ਬਹੁਤ ਪਾਪ ਹੋ ਜਾਂਦੇ ਨੇ ਮਨੁੱਖ ਕੋਲੋਂ। 100 ਲਾਮੇ ਦਿਨੇ ਦੇ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਜਦੋਂ ਪਰਮਾਤਮਾ ਦੀ ਸਿਫਤੋ ਸਲਾਹ ਛੱਡ ਦਿੱਤੀ, ਫਿਰ ਜਿਹੜਾ ਵੀ ਕਰਮ ਬੰਦਾ ਕਰਦਾ ਹੈ ਉਹ
ਆਪਣੇ ਮਨ ਪਿੱਛੇ ਲੱਗ ਕੇ ਕਰਦਾ ਹੈ ਤੇ ਬਹੁਤੇ ਪਾਪ ਆਪਣੀ ਜ਼ਿੰਦਗੀ ਵਿੱਚ ਕਰ ਰਿਹਾ ਹੁੰਦਾ ਹੈ। ਪਰ ਸਭ ਤੋਂ ਵੱਡਾ ਪਾਪ ਮੰਨਿਆ ਅਕਿਰਤ ਕਣ ਦਾ। ਅਕਿਰਤ ਕਣ ਹੁੰਦਾ ਕਿਸੇ ਦੀ ਕੀਤੀ ਨੂੰ ਨਜ਼ਰ ਅੰਦਾਜ਼ ਕਰ ਦੇਣਾ, ਭੁਲਾ ਦੇਣਾ, ਉਹਨੂੰ ਕਿਹਾ ਜਾਂਦਾ ਹੈ ਅਕਿਰਤ ਕਣ। ਭਾਈ ਗੁਰਦਾਸ ਜੀ ਦੇ ਬਚਨ ਵੀ ਆਪਾਂ ਪੜ੍ਹਦੇ ਹਾਂ। ਧਰਤੀ ਨੇ ਵੀ ਪੁਕਾਰ ਕੀਤੀ ਸੀ ਕਿ ਮੇਰੇ ਉੱਤੇ ਅਕਿਰਤ ਕਣਾਂ ਦਾ ਭਾਰ ਹੈ। ਅਕਿਰਤ ਕਣ ਕੌਣ ਨੇ? ਜਿਨ੍ਹਾਂ ਨੇ ਪ੍ਰਮਾਤਮਾ ਦੀ ਭਗਤੀ ਨੂੰ, ਸਿਫਤੋ ਸਲਾਹ ਨੂੰ ਭੁਲਾਇਆ। ਫਿਰ ਅਕਿਰਤ ਕਣ ਕੌਣ ਨੇ? ਜਿਨ੍ਹਾਂ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸੀਸ ਦੇ ਰਹੇ ਨੇ ਤੇ ਸਾਰੇ ਪਰਉਪਕਾਰ ਨੂੰ ਭੁਲਾ ਕੇ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਉੱਪਰ ਫੌਜਾਂ ਚੜਾ ਕੇ ਲੈ ਆਉਣੀਆਂ। ਇਹ ਵੀ ਅਕਿਰਤ ਕਣਾਂ ਵਾਲਾ ਕੰਮ ਸੀ। ਕਹਿੰਦੇ ਨੇ ਬਹੁਤ ਵੱਡਾ ਪਾਪ ਹੁੰਦਾ ਹੈ। ਸਭ ਤੋਂ ਵੱਡਾ ਪਾਪ ਉਹ ਹੈ ਜਿਹੜਾ ਬੰਦਾ ਕਿਸੇ ਦੇ ਕੀਤੇ ਹੋ ਪਰਉਪਕਾਰ ਨੂੰ ਭੁਲਾ ਦਿੰਦਾ ਹੈ। ਰਹਿਨ ਅਹਿੰਸ ਧਰਮ ਸਭ ਕੀਨੇ। ਹਾਂ, ਧਰਮ ਦੀ ਦੁਨੀਆ ਦੇ ਵਿੱਚ ਚੰਗੇ ਕਰਮ ਜਿਹੜਾ ਕਰਦਾ ਹੈ, ਹਿੰਸਾ ਕਰੇ ਪਾਪ ਪਹਿਚਾਨ। ਹਾਂ, ਤੇ ਫਿਰ ਹਿੰਸਾ ਕਰੇ ਪਾਪ ਪਹਿਚਾਨ। ਅਹਿੰਸਾ ਹੁੰਦਾ ਜੀਵ ਹੱਤਿਆ ਤੋਂ ਬਚਣਾ, ਤੇ ਫਿਰ ਕਿਸੇ ਦਾ ਪਰਾਏ ਦਾ ਹੱਕ ਮਾਰਨਾ, ਇਹ ਵੀ ਬਹੁਤ ਵੱਡੀ ਹਿੰਸਾ ਹੈ। ਜ਼ੁਬਾਨ ਦੀ ਵੀ ਹਿੰਸਾ ਮੰਨੀ ਹੈ, ਚਿੱਤ ਦੀ ਵੀ ਹਿੰਸਾ ਮੰਨੀ ਹੈ ਕਿ ਚਿੱਤ ਤੋਂ ਕਿਸੇ ਦਾ ਬੁਰਾ ਚਿੱਤ ਵੀ ਜਾਣਾ, ਇਹ ਵੀ ਇੱਕ ਤਰ੍ਹਾਂ ਦੀ ਹਿੰਸਾ ਹੈ। ਇਹ ਵੀ ਬਹੁਤ ਵੱਡੇ ਪਾਪ ਮੰਨੇ ਹਨ। ਜਾਤ ਨਿਤ ਚਿਤਵੈ ਉਪਕਾਰੂ। ਇਸ ਲਈ ਆਪਣੇ ਚਿੱਤ ਵਿੱਚ ਸਦਾ ਉਪਕਾਰ ਹੀ ਚਿਤਵਣਾ ਚਾਹੀਦਾ ਹੈ। ਪਰ ਸਾਡੀ ਬਿਰਤੀ ਕਈ ਵਾਰੀ ਐਸੀ ਹੈ ਕਿ ਆਪਾਂ ਦੂਜੇ ਦਾ ਬੁਰਾ ਸੋਚਦੇ ਹਾਂ, ਆਪਣਾ ਆਪ ਸਵਾਰਨਾ ਚਾਹੁੰਦੇ ਹਾਂ, ਪਰ ਹਮੇਸ਼ਾ ਚਿੱਤ ਦੇ ਵਿੱਚ ਪਰਉਪਕਾਰੀ ਬਿਰਤੀ ਰੱਖਣੀ ਚਾਹੀਦੀ ਹੈ। ਧਨ ਤੇ ਤਨ ਤੇ ਮਨ ਤੇ ਠਾਣ। ਤਨ ਕਰਕੇ, ਮਨ ਕਰਕੇ, ਧਨ ਕਰਕੇ ਹਮੇਸ਼ਾ ਪਰਉਪਕਾਰ ਕਰਨਾ ਚਾਹੀਦਾ ਹੈ। ਸਰੀਰ ਕਰਕੇ ਕਿਸੇ ਦਾ ਭਲਾ ਕਰ ਦੇਣਾ, ਇਹ ਸਰੀਰ ਕਿਸੇ ਦੇ ਲੇਖੇ ਵਿੱਚ ਲੱਗ ਜਾਵੇ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਸੀਸ ਤਿਲਕ ਅਤੇ ਜੰਝੂ ਦੀ ਖਾਤਰ ਸਤਿਗੁਰਾਂ ਨੇ ਕੁਰਬਾਨ ਕੀਤਾ, ਕਿਉਂਕਿ ਇਹਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਬਾਣੀ ਦੇ ਅੰਦਰ ਕੀਤਾ ਹੈ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਆਪਣਾ ਤਨ ਕੁਰਬਾਨ ਕਰ ਦੇਣਾ। ਤਾਂ ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਸਾਧਨ ਹੇਤ ਇਤੀ ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਫਿਰ ਤਨ ਦਾ ਪਰਉਪਕਾਰ, ਫਿਰ ਮਨ ਦਾ ਪਰਉਪਕਾਰ, ਮਨੋਂ ਕਿਸੇ ਦਾ ਭਲਾ ਸੋਚਣਾ, ਤੇ ਫਿਰ ਧਨ ਕਰਕੇ ਕਿਸੇ ਦਾ ਪਰਉਪਕਾਰ ਕਰਨਾ। ਕਿ ਧਨ ਇੱਕ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸਾਨੂੰ ਹੁਕਮ ਹੈ, ਘਾਲ ਖਾਏ ਕਿਛ ਹੱਥੋਂ ਦੇ, ਹੱਥੋਂ ਦੇ ਕੇ ਭਲਾ ਮਨਾਏ। ਇਹ ਵੀ ਪਰਉਪਕਾਰ ਹੈ ਕਿ ਇੰਨਾ ਧਨ ਮੇਰੇ ਕੋਲ ਹੈ ਤੇ ਜਿਹੜਾ ਮੇਰੇ ਨਾਲ ਬੈਠਾ ਹੈ, ਸੋ ਇਹਦਾ ਵੀ ਕੁਝ ਸਵਰ ਜਾਵੇ। ਧਨ ਦੇ ਨਾਲ ਉਹਦਾ ਵੀ ਸਵਾਰਨ ਦਾ ਯਤਨ ਕਰਨਾ। ਇਉਂ ਤਨ ਕਰਕੇ, ਮਨ ਕਰਕੇ, ਧਨ ਕਰਕੇ ਪਰਉਪਕਾਰ ਕਰਨਾ ਬਣਦਾ ਹੈ। ਨਰ ਸ਼ੁਭ ਸਭਾ ਸਬੈ ਸੁਨ ਸਰੋਨਣ। ਫਿਰ ਨਰ ਸ਼ੁਭ ਸਭਾ ਸਭੈ ਸੁਨ ਸ਼ਰੋਨਨ। ਜਿਹੜੀ ਮਨੁੱਖਾਂ ਦੀ ਸਭਾ ਬੈਠੀ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ, ਸਾਰਿਆਂ ਨੇ ਇਹ ਗੁਰੂ ਸਾਹਿਬ ਜੀ ਦੇ ਬਚਨ ਕੰਨਾਂ ਨਾਲ ਸੁਣੇ ਨੇ। ਗੁਰ ਬਾਕਨ ਪਰ ਨਿਸ਼ਚਾ ਕੀਨ। ਸਾਰੀ ਸੰਗਤ ਨੇ ਗੁਰੂ ਸਾਹਿਬ ਦੇ ਬਚਨਾਂ ਤੇ ਨਿਸ਼ਚਾ ਹੁੰਦਾ, ਭਰੋਸਾ ਕੀਤਾ। ਸਾਧ ਸੰਗਤ, ਆਪਾਂ ਗੁਰੂ ਸਾਹਿਬ ਕੋਲ ਗੁਰੂ ਸਾਹਿਬ ਦਾ ਉਪਦੇਸ਼ ਲੈਣ ਵਾਸਤੇ ਆਉਂਦੇ ਹਾਂ। ਸਿੱਖ ਉਹ ਹਨ ਜਿਹੜੇ ਗੁਰੂ ਸਾਹਿਬ ਜੀ ਦੀ ਸਿੱਖਿਆ ਦੇ ਧਾਰਨੀ ਹਨ। ਠੀਕ ਹੈ, ਆ ਕੇ ਨਮਸਕਾਰ ਕਰਕੇ ਚਲੇ ਜਾਣਾ, ਇਹ ਚਲੋ ਧਰਮ ਦੀ ਦੁਨੀਆ 'ਚ ਇਹ ਵੀ ਵੱਡਾ ਕਰਮ ਹੈ, ਪਰ ਆ ਕੇ ਬੈਠਣਾ ਇਹ ਸਿੱਖ ਦਾ ਫਰਜ਼ ਹੈ। ਤੇ ਬੈਠ ਕੇ ਗੁਰੂ ਦਾ ਉਪਦੇਸ਼ ਸੁਣਨਾ, ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਮਨੁੱਖ ਹੈ ਕੌਣ, ਬੰਦੇ ਦੇ ਕਿਹੜੇ ਕਿਹੜੇ ਗੁਣ ਨੇ ਜਿਨ੍ਹਾਂ ਕਰਕੇ ਉਹ ਬੰਦਾ ਬਣਦਾ ਹੈ। ਤੇ ਪਹਿਰਾਵਾ ਮਨੁੱਖਾਂ ਵਾਲਾ, ਸਰੀਰ ਮਨੁੱਖਾਂ ਵਾਲਾ, ਕਰਤੂਤ ਪਸ਼ੂ ਵਾਲੀ, ਕਿ ਦੇਖਣਾ ਉੱਪਰੋਂ ਸੋਹਣਾ, ਚਿਹਰਾ ਵੀ ਸੋਹਣਾ ਬਣਾ ਲੈਣਾ ਤੇ ਕਰਮ ਮਾੜੇ ਕਰੀ ਜਾਣੇ। ਇਹ ਉਹਨਾਂ ਚਿਰ ਮਨੁੱਖ ਕਰਦਾ ਜਿੰਨਾ ਚਿਰ ਗੁਰੂ ਦੀ ਸ਼ਰਨ 'ਚ ਮਨ ਕਰਕੇ ਨਹੀਂ ਆਉਂਦਾ। ਪਰ ਜਿਹੜੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਕੋਲ ਬੈਠੀਆਂ ਸੀ, ਸਾਰਿਆਂ ਨੇ ਗੁਰੂ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਇਹ ਉਪਦੇਸ਼ ਸੁਣਿਆ। ਸੁਣ ਕੇ ਇਹਨਾਂ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾਇਆ ਹੈ। ਗੁਰ ਬਾਕਨ ਪਰ ਨਿਸ਼ਚਾ ਕੀਨ। ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਹਿਰਦੇ 'ਚ ਵਸਾਇਆ ਹੈ, ਭਰੋਸਾ ਕੀਤਾ ਹੈ। ਸਤਨਾਮ ਕੋ ਸਿਮਰਨ ਠਾਨੈ। ਫਿਰ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਪਰਉਪਕਾਰ ਕਰਨ ਹਿਤ ਚੀਨ। ਆਪਣੇ ਚਿੱਤ ਦੇ ਵਿੱਚ ਪਰਉਪਕਾਰ ਕਰਨਾ ਚਾਹੁੰਦੇ ਨੇ। ਕਦੋਂ ਚਾਹ ਬਣਿਆ?
ਜਦੋਂ ਗੁਰੂ ਸਾਹਿਬ ਦੇ ਕੋਲੋਂ ਇਹ ਉਪਦੇਸ਼ ਸੁਣਿਆ, ਸਿਮਰਨ ਕਰਨਾ, ਪਰਉਪਕਾਰ ਕਰਨਾ ਇਹ ਮਨੁੱਖੀ ਫਰਜ਼ ਹਨ। ਜੇ ਇਹਨਾਂ ਵਿੱਚੋਂ ਮਨੁੱਖ ਕੁਝ ਵੀ ਨਹੀਂ ਕਰ ਰਿਹਾ, ਫਿਰ ਇਹਦੇ ਤੋਂ ਬਿਨਾਂ ਤੇ ਮਨੁੱਖਾ ਸਰੀਰ ਨੂੰ ਤਰਕਾਰ ਹੈ। ਇੱਕ ਵਿਦਵਾਨ ਦੇ ਬੋਲ ਨੇ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੀ ਤਾਂ ਜਨਨੀ ਬਾਂਝ ਰਹਿ, ਕਾਹੇ ਗਵਾਵੈ ਨੂਰ। ਜੇ ਮਾਂ ਪੁੱਤ ਨੂੰ ਜਨਮ ਦੇਵੇ ਤੇ ਗੁਣਾਂ ਦਾ ਧਾਰਨੀ ਹੋਵੇ, ਭਗਤ ਹੋਵੇ, ਦਾਨੀ ਹੋਵੇ, ਸੂਰਮਾ ਹੋਵੇ, ਜੇ ਇਹਨਾਂ ਵਿੱਚੋਂ ਕੁਝ ਵੀ ਨਹੀਂ ਤੇ ਫਿਰ ਸੰਸਾਰ ਵਿੱਚ ਆਉਣ ਦਾ ਬਹੁਤਾ ਲਾਭ ਹੀ ਕੋਈ ਨਹੀਂ ਸੀ। ਇਸ ਲਈ ਗੁਰੂ ਸਾਹਿਬ ਦਾ ਬਚਨ ਸੁਣ ਕੇ ਸਿੱਖਾਂ ਨੇ ਹਿਰਦੇ 'ਚ ਵਸਾਇਆ ਹੈ। ਹੁਣ ਲੱਦਾ ਦਿਨ ਕੀਤਕ ਰਹਿ ਕਰ, ਭਾਈ ਲੱਦਾ ਜੀ ਗੁਰੂ ਸਾਹਿਬ ਜੀ ਦੇ ਕੋਲ ਕੁਝ ਦਿਨ ਰੁਕੇ ਹਨ। ਜਾਚੀ ਵਿਦਾ ਹੋਏ ਕਰ ਦੀਨ, ਬਹੁਤ ਦੀਨ ਹੋ ਕੇ, ਨਿਮਾਣੇ ਹੋ ਕੇ ਭਾਈ ਲੱਦਾ ਜੀ ਨੇ ਗੁਰੂ ਸਾਹਿਬ ਜੀ ਤੋਂ ਜਾਣ ਦੀ ਆਗਿਆ ਮੰਗੀ ਹੈ। ਦਾਸਨ ਦਾਸ ਦਇਆ ਨਿਧ ਜਾਨੋ, ਕਹਿਣ ਲੱਗਾ, ਸਤਿਗੁਰੂ ਮੈਨੂੰ ਆਪਣੇ ਦਾਸਾਂ ਦਾ ਦਾਸ ਸੇਵਕ ਜਾਣੋ, ਐ ਦਇਆ ਦੇ ਖਜ਼ਾਨੇ ਸਤਿਗੁਰੂ ਜੀ। ਔਗਣ ਕੇ ਸਮੇਤ ਗੁਣਹੀਨ, ਮੈਂ ਗੁਣਾਂ ਤੋਂ ਰਹਿਤ ਹਾਂ, ਔਗਣਾਂ ਦੇ ਨਾਲ ਭਰਿਆ ਹਾਂ। ਸਿੱਖ ਤੁਮਾਰੋ ਕਹੈ ਜਗਤ ਮੋਜ, ਤੁਹਾਡੇ ਸਿੱਖ ਮੈਨੂੰ ਜਗਤ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਹਨ। ਲਾਜ ਬਿਰਧ ਕੀ ਰਾਖਣ ਹਾਰ, ਪਰ ਸਤਿਗੁਰੂ ਜੀ ਮੈਂ ਔਗਣਾਂ ਨਾਲ ਭਰਿਆ, ਗੁਣਾਂ ਤੋਂ ਖਾਲੀ ਹਾਂ, ਪਰ ਸਿੱਖ ਪਰਉਪਕਾਰੀ ਮੈਨੂੰ ਕਹਿੰਦੇ ਨੇ। ਇਸ ਲਈ ਲਾਜ ਬਿਰਧ ਕੀ ਰਾਖਣ ਹਾਰ, ਆਪਣੇ ਧਰਮ ਦੀ, ਇਸ ਬਾਣੇ ਦੀ ਅਤੇ ਜਿਹੜਾ ਨਾਮ ਤੁਹਾਡੇ ਸਿੱਖਾਂ ਨੇ ਮੈਨੂੰ ਦਿੱਤਾ ਹੈ ਨਾ, ਇਹਦੀ ਲਾਜ ਸਤਿਗੁਰੂ ਤੁਸੀਂ ਆਪ ਹੀ ਰੱਖਣ ਵਾਲੇ ਹੋ। ਭਾਈ ਲੱਦਾ ਜੀ ਆਪਣਾ ਆਪ ਕਿੰਨਾ ਕੁਝ ਵਿਗਾੜ ਲਿਆ, ਸਰੂਪ ਵਿਗਾੜ ਲਿਆ, ਪਰ ਬਖਸ਼ਣਹਾਰ ਤੇ ਗੁਰੂ ਹੀ ਹੈ ਨਾ, ਤੇ ਬਖਸ਼ਿਆ ਤੇ ਸਤਿਗੁਰੂ ਤੁਸੀਂ ਹੈ। ਤੁਹਾਡੇ ਸਿੱਖ ਮੈਨੂੰ ਪਰਉਪਕਾਰੀ ਕਹਿੰਦੇ ਨੇ, ਪਰ ਸਤਿਗੁਰੂ ਇਸ ਨਾਮ ਦੀ ਲਾਜ ਤੁਸੀਂ ਰੱਖੀ ਹੈ। ਸੁਨ ਪ੍ਰਸੰਨ ਸ੍ਰੀ ਅਰਜਨ ਹੋਏ, ਇਹ ਸੁਣ ਕੇ ਭਾਈ ਲੱਦੇ ਦਾ ਬਚਨ ਗੁਰੂ ਅਰਜਨ ਦੇਵ ਸਾਹਿਬ ਬੜੇ ਪ੍ਰਸੰਨ ਹੋਏ ਨੇ। ਕੀਨ ਸਿਬਦਾ ਸੁਮਿਰਦਲ ਉਚਾਰ, ਬੜੇ ਕੋਮਲ ਬਚਨ, ਮਿੱਠੇ ਬੋਲ ਬੋਲ ਕੇ ਸਤਿਗੁਰਾਂ ਨੇ ਭਾਈ ਲੱਦਾ ਜੀ ਨੂੰ ਅੰਮ੍ਰਿਤਸਰ ਤੋਂ ਲਾਹੌਰ ਨੂੰ ਭੇਜਿਆ ਹੈ। ਪਰ ਅਰਬਿੰਦ ਬਿੰਦਨਾ ਠਾਨੀ, ਭਾਈ ਲੱਦਾ ਜੀ ਨੇ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਹੈ। ਕੀਨ ਪ੍ਰਦਰਸ਼ਨ ਫਿਰ ਚਹੁਬਾਰ, 4 ਵਾਰ ਗੁਰੂ ਅਰਜਨ ਦੇਵ ਸਾਹਿਬ ਦੀਆਂ ਪਰਿਕਰਮਾ ਭਾਈ ਲੱਦਾ ਜੀ ਨੇ ਕੀਤੀਆਂ ਨੇ। ਹੁਣ ਹਰ ਮੰਦਰ ਅੰਦਰ ਗਵਣਿਓ, ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗਏ ਹਨ। ਤਹ ਬੰਧਨ ਕੀਨ ਸਿਹਤ ਧਾਰ, ਬਹੁਤ ਪ੍ਰੇਮ ਦੇ ਨਾਲ ਭਾਈ ਲੱਦਾ ਜੀ ਨੇ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਨਮਸਕਾਰ ਕੀਤੀ ਹੈ। ਲਾਭੁਰ ਕੋ ਅੰਦਰ ਗਮਨਿਓ, ਹਰਿਮੰਦਰ ਸਾਹਿਬ ਨਮਸਕਾਰ ਕਰਕੇ ਫਿਰ ਭਾਈ ਲੱਦਾ ਜੀ ਲਾਹੌਰ ਨੂੰ ਚੱਲ ਪਏ ਹਨ। ਲਾਭੁਰ ਕੋ ਗਮਨਿਓ ਔਰ ਹਰਖਤ, ਹਾਂ ਲਾਹੌਰ ਨੂੰ ਚੱਲ ਪਏ ਹਨ ਪ੍ਰਸੰਨ ਹੋ ਕੇ। ਗੁਰ ਜਸ ਦੀਰਘ ਕਰਤ ਬਖਾਨ, ਗੁਰੂ ਸਾਹਿਬ ਜੀ ਦਾ ਬਹੁਤਾ ਜਸ ਜਿਹੜਾ ਹੈ ਉਹ ਭਾਈ ਲੱਦਾ ਜੀ ਨੇ ਜਾ ਕੇ ਫਿਰ ਕੀਤਾ ਹੈ। ਸਗਰੇ ਨਗਰ ਉਚਾਰਤ ਜਿਤ ਕਿਤ, ਜਿੱਥੇ ਕਿਤੇ ਵੀ ਭਾਈ ਲੱਦਾ ਜੀ ਜਾਂਦੇ ਨੇ ਤੇ ਗੁਰੂ ਸਾਹਿਬ ਜੀ ਦਾ ਜਸ ਹੀ ਸਾਰਿਆਂ ਨੂੰ ਸੁਣਾਉਂਦੇ ਨੇ। ਨਿਜ ਸਿੱਖਣ ਪਰ ਕਰੁਣਾ ਠਾਨ, ਕਿ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਤੇ ਬੜੀ ਕਿਰਪਾ ਕਰਦੇ ਹਨ। ਇਤ ਸ੍ਰੀ ਅਰਜਨ ਰਚਿਤ ਗ੍ਰੰਥ ਨਿਤ, ਇਧਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਰ ਰੋਜ਼ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਸ਼੍ਰੀ ਰਾਮਸਰ ਸਾਹਿਬ ਵਾਲੇ ਅਸਥਾਨ ਤੇ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਲਿਖਾ ਰਹੇ ਹਨ। ਲਿਖਤ ਜਾਤ ਗੁਰਦਾਸ ਸੁਜਾਨ, ਭਾਈ ਗੁਰਦਾਸ ਜੀ ਜੋ ਬੜੇ ਚਤੁਰ ਤੇ ਸਿਆਣੇ ਨੇ, ਗੁਰੂ ਸਾਹਿਬ ਜੀ ਦੀ ਆਗਿਆ ਦੇ ਵਿੱਚ ਰਹਿ ਕੇ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਲਿਖ ਰਹੇ ਹਨ। ਰਾਗ ਬਸੰਤ ਬਣਾਏ ਸ਼ਬਦ ਸਭ, ਬਸੰਤ ਰਾਗ ਦੇ ਸੋਹਣੇ ਸ਼ਬਦ ਲਿਖੇ ਹਨ। ਲਗੇ ਵਾਰ ਕਰਬੇ ਸੁਖਦਾਨ, ਸੁੱਖਾਂ ਦੇ ਦਾਤੇ ਸਤਿਗੁਰੂ ਫਿਰ ਵਾਰ ਲਿਖਾਉਣ ਲੱਗੇ ਹਨ। ਪੌੜੀ 3 ਉਚਾਰਨ ਕੀਨੀ, 3 ਪੌੜੀਆਂ ਸਤਿਗੁਰਾਂ ਨੇ ਉਚਾਰਨ ਕੀਤੀਆਂ ਸੀ ਵਾਰ ਦੀਆਂ। ਸੂਪਕਾਰ ਤਬ ਹੁਣ ਚਲ ਆਏ, ਇਹਨੇ ਚਿਰ ਵਿੱਚ ਜਿਹੜਾ ਰਸੋਈਆ ਸੀ, ਲਾਂਗਰੀ ਸੀ, ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਆਇਆ। ਪ੍ਰਭ ਜੀ ਭੋਜਨ ਅਬ ਤਿਆਰ ਹੈ, ਲਾਂਗਰੀ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਜਿਹੜਾ ਲੰਗਰ ਹੈ ਉਹ ਤਿਆਰ ਹੋ ਚੁੱਕਿਆ ਹੈ। ਰਾਵਰ ਕੀ ਜਿਮ ਹੋਏ ਰਜਾਈ, ਜਿਸ ਤਰ੍ਹਾਂ ਹੁਣ ਆਪ ਜੀ ਆਗਿਆ ਦਿਓ, ਹੁਕਮ ਕਰੋ। ਚਿਤ ਆਹਾਰ ਕੇ ਆਦਰ ਕਰਬੇ, ਸਤਿਗੁਰੂ ਜੀ ਲੰਗਰ ਦੇ ਸਤਕਾਰ ਵਾਸਤੇ ਸ੍ਰੀ ਗੁਰ ਹਟੇ ਨਾ ਬਹੁਰ ਬਨਾਏ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਫਿਰ ਰੁਕ ਗਏ। ਮਹਾਰਾਜ ਬਾਣੀ ਲਿਖਵਾ ਰਹੇ ਸੀ ਭਾਈ ਗੁਰਦਾਸ ਜੀ ਕੋਲੋਂ। ਲਾਂਗਰੀ ਸਿੱਖ ਨੇ ਆ ਕੇ ਬੇਨਤੀ ਕੀਤੀ ਹੈ ਕਿ ਮਹਾਰਾਜ ਲੰਗਰ ਤਿਆਰ ਹੈ, ਆਪ ਜੀ ਆਗਿਆ ਦਿਓ। ਤੇ ਫਿਰ ਹੀ ਗੁਰੂ ਸਾਹਿਬ ਜੀ ਦੇ ਛਕਣ ਤੋਂ ਬਾਅਦ ਸੰਗਤਾਂ ਛਕਦੀਆਂ ਨੇ। ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਹਾਂ ਕਿ ਪਹਿਲਾਂ ਭੋਗ ਲਵਾ ਕੇ ਫਿਰ ਲੰਗਰ ਸੰਗਤ ਵਿੱਚ ਵਰਤਾਇਆ ਜਾਂਦਾ ਹੈ।
ਲਾਂਗਰੀ ਸਿੱਖ ਨੇ ਬੇਨਤੀ ਕੀਤੀ। ਮਹਾਰਾਜ ਜੀ ਨੇ ਫਿਰ ਬਾਣੀ ਲਿਖਾ ਰਹੇ ਸਨ, ਉੱਥੇ ਸਤਿਗੁਰਾਂ ਨੇ ਰੋਕ ਦਿੱਤੀ ਤੇ ਲੰਗਰ ਦੇ ਸਤਿਕਾਰ ਵਾਸਤੇ ਸਤਿਗੁਰੂ ਉੱਠੇ ਹਨ। ਅਚਿਉ ਅਨਾਏ ਤ੍ਰਿਪਤ ਤਬ ਹੋਇ ਕਰ, ਆ ਕੇ ਸਤਿਗੁਰਾਂ ਨੇ ਲੰਗਰ ਛਕਿਆ ਹੈ, ਛਕ ਕੇ ਤ੍ਰਿਪਤ ਹੋਏ ਹਨ। ਨਿਜ ਸੰਗਤ ਮੈਂ ਇਹ ਬਿਦਤਾਈ, ਆ ਕੇ ਸਤਿਗੁਰਾਂ ਨੇ ਸੰਗਤ ਵਿੱਚ ਇਹ ਗੱਲ ਪ੍ਰਗਟ ਕੀਤੀ ਹੈ। ਇਤਨੀ ਰਹੀ ਨਾ ਬਹੁਰ ਬਨਾਈ, ਉਹ ਵਾਰ ਫਿਰ ਉੱਥੇ ਰੋਕੀ ਹੈ, ਅੱਗੇ ਜਿਹੜੀ ਸੀ ਉਸ ਦਿਨ ਨਹੀਂ ਲਿਖਵਾਈ। ਅਪਰ ਖਿਆਲ ਮਹਿੰਗੇ ਬਿਰਮਾਈ, ਹੋਰ ਸਤਿਗੁਰੂ ਜੀ ਵਿਚਾਰਾਂ ਦੇ ਵਿੱਚ ਆਪ ਰੁੱਝੇ ਹਨ। ਸੱਤੇ ਅਰ ਬਲਵੰਡ ਕਥਾ ਕੋ, ਭਾਈ ਸੱਤੇ ਅਤੇ ਬਲਵੰਡ ਜੀ ਦੀ ਜੋ ਸਾਖੀ ਸੀ, ਕੇਤਿਕ ਸਿੱਖ ਕਹੈ ਇਸ ਭਾਈ, ਕਈ ਸਿੱਖ ਕਵਿਰਾਜ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਕਈ ਸਿੱਖ ਭਾਈ ਸੱਤੇ ਅਤੇ ਬਲਵੰਡ ਜੀ ਬਾਰੇ ਇਸ ਤਰ੍ਹਾਂ ਵੀ ਕਹਿੰਦੇ ਨੇ ਸ੍ਰੀ ਗੁਰੂ ਅਮਰ ਹਦੂਰ ਭਏ ਹੈ, ਕਿ ਇਹ ਸਿੱਖ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਏ ਸਨ ਇਨਹੁ ਨਿਕਾਸੇ ਪੁਨਹੁ ਮਿਲਾਈ, ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਦੀ ਇਹ ਵਾਕਿਆ ਘਟਨਾ ਹੈ ਕਿ ਗੁਰੂ ਅਮਰਦਾਸ ਸਾਹਿਬ ਤੀਜੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਭੇਜ ਦਿੱਤਾ ਸੀ, ਭਾਵ ਆਪਣੇ ਤੋਂ ਦੂਰ ਕੀਤਾ ਸੀ। ਸੋ ਮਿਥਿਆ ਇਮ ਲਖੀ ਜਾਤ ਹੈ, ਫਿਰ ਆਪਣੇ ਨਾਲ ਮਿਲਾ ਲਏ। ਪਰ ਭਾਈ ਸਾਹਿਬ ਕਹਿੰਦੇ ਨੇ ਕਿ ਇਹ ਗੱਲ ਜਿਹੜੀ ਮਿਥਿਆ ਭਾਵ ਬਣਾਈ ਹੋਈ ਹੈ, ਇਸ ਤਰ੍ਹਾਂ ਨਹੀਂ ਹੋਈ। ਨੀਕੇ ਨਿਰਣੈ ਕੀਨ ਬਣਾਈ, ਇਹ ਚੰਗੀ ਤਰ੍ਹਾਂ ਸੀ ਨਿਰਣਾ ਕਰਕੇ ਇੱਥੇ ਗੱਲ ਲਿਖੀ ਹੈ। ਰਚੀ ਵਾਰ ਗੁਰ ਕੀਰਤ ਕੀਤਨ, ਹਾਂ, ਜਿਹੜੀ ਵਾਰ ਸੱਤੇ ਅਤੇ ਬਲਵੰਡ ਜੀ ਨੇ ਰਚੀ ਹੈ, ਜਿਹਦੇ ਵਿੱਚ ਪੰਜਾਂ ਗੁਰੂ ਸਾਹਿਬਾਨਾਂ ਦਾ ਜਸ ਕੀਤਾ ਹੈ। ਲਿਖੇ ਬੀਚ ਪੰਚੇ ਪਤਸ਼ਾਹ, ਕਿਉਂਕਿ ਸੱਤਾ ਤੇ ਬਲਵੰਡ ਜੀ ਨੇ ਆਪਣੀ ਵਾਰ ਦੇ ਵਿੱਚ ਪੰਜਾਂ ਸਤਿਗੁਰਾਂ ਦਾ ਜਸ ਕੀਤਾ ਹੈ, ਪੰਜਾਂ ਸਤਿਗੁਰਾਂ ਦੀ ਮਹਿਮਾ ਗਾਈ ਹੈ। ਪ੍ਰਥਮ ਹੋਤੇ ਜੇ ਕਹਿਤ ਕੁਤੋ ਇਮਾ, ਹਾਂ, ਜੇ ਪਹਿਲਾਂ ਹੋਏ ਹੁੰਦੇ ਤੇ ਫਿਰ ਉਹਨਾਂ ਨੇ ਪੰਜਵੇਂ ਸਤਿਗੁਰਾਂ ਦਾ ਜ਼ਿਕਰ ਨਹੀਂ ਸੀ ਕਰਨਾ। ਯਾਤੇ ਸ੍ਰੀ ਅਰਜਨ ਕੇ ਪਾਹੀ, ਪਰ ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਹੋਏ ਨੇ, ਕਿਉਂਕਿ ਇਹਨਾਂ ਨੇ ਪੰਜਵੇਂ ਪਾਤਸ਼ਾਹ ਦਾ ਜਸ ਲਿਖਿਆ ਹੈ। ਤੇ ਜਿਹੜੀ ਪਿਛਲੀ ਗੱਲ ਕਵੀ ਜੀ ਕਹਿੰਦੇ, ਕੁਝ ਲੋਕ ਇਸ ਤਰ੍ਹਾਂ ਵੀ ਸੁਣਾਉਂਦੇ ਨੇ ਕਿ ਸੱਤਾ ਤੇ ਬਲਵੰਡ ਜੀ ਤੀਸਰੇ ਪਾਤਸ਼ਾਹ ਦੇ ਸਮੇਂ ਹੋਏ, ਪਰ ਜੇ ਉਦੋਂ ਹੋਏ ਹੁੰਦੇ ਤੇ ਫਿਰ ਪੰਜਵੇਂ ਪਾਤਸ਼ਾਹ ਚੌਥੇ ਪਾਤਸ਼ਾਹ ਦਾ ਜਸ ਕਿਸ ਤਰ੍ਹਾਂ ਲਿਖਦੇ। ਇਸ ਲਈ ਇਹ ਲੋਕਾਂ ਦੀ ਬਣਾਈ ਹੋਈ ਗੱਲ ਹੈ। ਨਹੀਂ ਸੰਦੇਹ ਕੀਜੀਏ ਕੋਈ, ਇਸ ਗੱਲ ਦੇ ਵਿੱਚ ਕਿਸੇ ਤਰ੍ਹਾਂ ਦਾ ਸੰਦੇਹ ਸ਼ੰਕਾ ਨਾ ਕਰੋ। ਸਿੱਖ ਵਿਚਾਰੋ ਨਿਜ ਮਨ ਮਾਹੇ, ਐ ਸਿੱਖੋ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਵਿਚਾਰ ਕਰਕੇ ਸਮਝੋ। ਕਵ ਸੰਤੋਖ ਸਿੰਘ ਸਿਮਰੋ ਸਤਿਗੁਰ, ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਹਮੇਸ਼ਾ ਪ੍ਰਮਾਤਮਾ ਦਾ ਸਿਮਰਨ ਜਿਹੜਾ ਹੈ ਉਹ ਕਰੋ। ਕਥਾ ਸੁਨੋ ਚਿਤ ਉਚਰੋ ਨਾਹੀ, ਹਾਂ, ਕਥਾ ਸੁਣੋ ਚਿੱਤ, ਚਿੱਤ ਦੇ ਕੇ ਅੱਗੇ ਗੁਰੂ ਸਾਹਿਬਾਨਾਂ ਦੀ ਕਥਾ ਸਰਵਣ ਕਰੋ। ਦੋਹਰਾ ਨਿਤਪਦ ਸ੍ਰੀ ਅਰਜਨ ਗੁਰੂ, ਨਿਤਾ ਪ੍ਰਤੀ ਹਰ ਰੋਜ਼ ਗੁਰੂ ਅਰਜਨ ਦੇਵ ਸਾਹਿਬ ਜੀ ਬਾਣੀ ਰਚੈ ਨਵੀਨ, ਸੁੰਦਰ ਗੁਰਬਾਣੀ ਲਿਖਵਾ ਰਹੇ ਹਨ। ਪਰਮੇਸ਼ਰ ਕੋ ਸੁਜਾਸ ਬਹੁ, ਜਿਸ ਬਾਣੀ ਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਬਹੁਤਾ ਜਸ ਹੈ। ਕੈ ਸ਼ੁਭ ਸੰਤ ਪ੍ਰਵੀਨ, ਸੰਤ ਜਿਹੜੇ ਚਤੁਰ ਸਿਆਣੇ ਹਨ ਉਹ ਇਹ ਬਾਣੀ ਨੂੰ ਕਹਿੰਦੇ ਅਤੇ ਸੁਣਦੇ ਹਨ। ਸਿਮਰਨ ਕਰ ਸਤਨਾਮ ਕੋ, ਸਤਨਾਮ ਦਾ ਸਿਮਰਨ ਕਰਦੇ ਹਨ ਨਾਰ ਤਨ ਬਾਦ ਨਾ ਖੋਏ, ਅਤੇ ਸਿਮਰਨ ਕਰਕੇ ਸਤਨਾਮ ਦਾ ਤੇ ਨਰ ਤਨ ਬਾਦ ਨਾ ਖੋਏ। ਇਹ ਮਨੁੱਖਾ ਜਨਮ ਫਿਰ ਬਿਰਥਾ ਨਹੀਂ ਜਾਂਦਾ। ਪਰ ਜੇ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਫਿਰ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਬਨ ਫਲ ਪਾ ਕੇ ਭੋਏ ਗਿਰੈ ਬਹੁਰ ਨਾ ਲਾਗੈ ਡਾਰ। ਜਦੋਂ ਰੁੱਖ ਤੇ ਫਲ ਪੱਕ ਕੇ ਧਰਤੀ ਤੇ ਡਿੱਗ ਪੈਣ ਤੇ ਦੁਬਾਰਾ ਜੁੜਦੇ ਨਹੀਂ, ਇਸ ਤਰ੍ਹਾਂ ਮਨੁੱਖਾ ਜਨਮ ਬੜਾ ਕੀਮਤੀ ਹੈ। ਪੌੜੀ ਛੁੜਕੀ ਹੱਥ ਨਾ ਆਵੇ, ਇੱਕ ਵਾਰੀ ਹੱਥੋਂ ਲੰਘ ਜਾਵੇ ਸਮਾਂ ਤੇ ਫਿਰ ਹੱਥ ਨਹੀਂ ਆਉਂਦਾ। ਜਿਹੜੇ ਨਾਮ ਜਪਦੇ ਹਨ ਉਹ ਆਪਣੇ ਮਨੁੱਖਾ ਤਨ ਨੂੰ ਬਿਰਥਾ ਨਹੀਂ ਜਾਣ ਦਿੰਦੇ। ਕਰੋ ਸਫਲ ਲਗ ਕੈ ਅਚਲ, ਹਾਂ, ਤੇ ਕਰੋ ਸਫਲ ਲਗ ਕੈ ਅਚਲ, ਤੁਮ ਕੋ ਸਭ ਸੁਖ ਹੋਏ। ਇਹ ਬਾਣੀ ਜਿਹੜੀ ਹੈ ਪਰਮਾਤਮਾ ਦੀ ਜਿਹੜੀ ਉਚਾਰਨ ਕੀਤੀ ਹੈ ਜਸ ਰੂਪ, ਇਹ ਸਦਾ ਰਹਿਣ ਵਾਲੀ ਹੈ ਤੇ ਬਾਣੀ ਪੜਨ ਦੇ ਨਾਲ ਸਾਰੇ ਸੁੱਖ ਪ੍ਰਾਪਤ ਹੋਣਗੇ। ਬਹੁਤ ਭਾਂਤ ਕੇ ਸੁਜਸ ਜੁਤ, ਇਸ ਤਰ੍ਹਾਂ ਬਹੁਤ ਤਰ੍ਹਾਂ ਅਕਾਲ ਪੁਰਖ ਦਾ ਜਸ ਬਾਣੀ ਵਿੱਚ ਗਾਇਆ ਹੈ। ਲਿਖਵਾਵਹਿ ਉਪਦੇਸ਼, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਿਖਵਾਇਆ ਹੈ। ਜਦੋਂ ਆਪਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਹੁਤੇ ਸ਼ਬਦ ਪੜ੍ਹਦੇ ਹਾਂ, ਇਸ ਸ਼ਬਦਾਂ ਦੇ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਮਾਤਮਾ ਦਾ ਜਸ, ਗੁਰੂ ਨਾਨਕ ਸਾਹਿਬ ਦਾ ਜਸ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ। ਇਉਂ ਅਕਾਲ ਪੁਰਖ ਦੇ ਨਾਮ ਦੀ, ਗੁਰੂ ਦੀ ਮਹਿਮਾ,
ਪਰਮੇਸ਼ਰ ਦੀ ਮਹਿਮਾ ਸਤਿਗੁਰਾਂ ਨੇ ਬਾਣੀ ਵਿੱਚ ਲਿਖਵਾਈ ਹੈ। ਆਪਣੇ ਮਨ ਪਰ ਕਿਦਕ ਕਹਾ ਸਿੱਖਣ ਹਰਨ ਕਲੇਸ਼। ਸਤਿਗੁਰੂ ਜੀ ਨੇ ਆਪਣੇ ਮਨ ਪਰਥਾਏ ਕੁਝ ਸ਼ਬਦ ਕਹੇ ਨੇ, ਪਰ ਸਾਧ ਸੰਗਤ ਗੁਰੂ ਤਾਂ ਪਰਮੇਸ਼ਰ ਰੂਪ ਹੈ, ਤੇ ਇਹ ਪਾਵਨ ਸ਼ਬਦ ਸਤਿਗੁਰਾਂ ਨੇ ਸਿੱਖਾਂ ਦੇ ਦੁੱਖ ਦੂਰ ਕਰਨ ਵਾਸਤੇ ਉਚਾਰੇ। ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਭੱਟ ਜੀ ਦੇ ਸ਼ਬਦ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਜਾਂ ਮਨ ਪਰਥਾਏ ਹਮ ਆਪਣੇ ਪਰਥਾਏ, ਇਹ ਕਹਿਣਾ ਹਮ ਅੰਧੁਲੇ ਅੰਧ ਬਿਖੈ ਬਿਖਰਾਤੇ, ਆਪਣੇ ਪਰਥਾਏ ਉਪਦੇਸ਼ ਦੇਣਾ, ਪਰ ਇਹ ਉਪਦੇਸ਼ ਸਿੱਖਾਂ ਦੀ ਕਲਿਆਣ ਵਾਸਤੇ ਹੈ। ਨਹੀਂ ਤਾਂ ਗੁਰੂ ਸਾਹਿਬ ਦੇ ਵਿੱਚ ਕਿਹੜੇ ਔਗਣ ਨੇ? ਭਾਈ ਗੁਰਦਾਸ ਜੀ ਨੇ 21 ਔਗਣਾਂ ਦਾ ਜ਼ਿਕਰ ਕੀਤਾ ਹੈ, ਪਰ ਉਹਨਾਂ ਵਿੱਚ ਤਾਂ ਕੋਈ ਔਗਣ ਇਸ ਤਰ੍ਹਾਂ ਦਾ ਹੈ ਨਹੀਂ। ਕੇਵਲ ਸਿੱਖਾਂ ਦੇ ਉਧਾਰ ਵਾਸਤੇ, ਕਲਿਆਣ ਵਾਸਤੇ ਉਪਦੇਸ਼ ਦਿੱਤਾ ਹੈ। ਲੱਖੋ ਨਰ ਪਠ ਸੁਣਨ ਕਰ, ਫਿਰ ਲੱਖਾਂ ਮਨੁੱਖੇ ਬਾਣੀ ਨੂੰ ਸੁਣਦੇ ਹਨ, ਗੁਰਮਤਿ ਕੋ ਉਰਤਾਰ, ਤੇ ਗੁਰੂ ਦੀ ਮੱਤ ਨੂੰ ਆਪਣੇ ਹਿਰਦੇ ਵਿੱਚ ਧਾਰਦੇ ਨੇ। ਜਦੋਂ ਦੀ ਸਤਿਗੁਰਾਂ ਨੇ ਬਾਣੀ ਉਚਾਰੀ ਹੈ ਅੱਜ ਤੱਕ, ਆਉਂਦੇ ਸਮੇਂ ਵਿੱਚ ਰਹਿੰਦੀ ਦੁਨੀਆ ਤੱਕ ਲੱਖਾਂ ਹੀ ਮਨੁੱਖਾਂ ਦਾ ਉਧਾਰ ਹੋ ਰਿਹਾ ਹੈ। ਕਵੀ ਲਿਖਦਾ ਹੈ, ਤਾਰੇ ਗਿਨੇ ਜਾਤ ਹੈ ਤੇਰੇ ਤਾਰੇ ਨਾ ਗਿਨਾਤ ਹੈ। ਇਉਂ ਲੱਖਾਂ ਦੁਨੀਆ ਬਾਣੀ ਨੂੰ ਸੁਣ ਰਹੀ ਹੈ, ਬਾਣੀ ਨੂੰ ਪੜ੍ਹ ਰਹੀ ਹੈ, ਬਾਣੀ ਨੂੰ ਵਿਚਾਰ ਰਹੀ ਹੈ। ਤਿਉਂ-ਤਿਉਂ ਜਿਉਂ-ਜਿਉਂ ਸਿੱਖ ਸੁਣਦੇ ਨੇ, ਤਿਉਂ-ਤਿਉਂ ਉਹਨਾਂ ਦੇ ਮਨ ਨੂੰ ਗਿਆਨ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਘਰ ਕਰ ਜਾਂਦਾ ਹੈ, ਉਹ ਇਸ ਸੰਸਾਰ ਸਾਗਰ ਤੋਂ ਸੁਖਾਲੇ ਤਰ ਜਾਂਦੇ ਹਨ। ਛੋੜ ਸਕਲ ਜੰਜਾਲ ਕੋ, ਇਸ ਸੰਸਾਰ ਦੇ ਜੰਜਾਲਾਂ ਨੂੰ ਛੱਡ ਦਿੰਦੇ ਨੇ। ਸਾਧ ਸੰਗਤ, ਇਹਦਾ ਭਾਵ ਇਹ ਨਹੀਂ ਕਿ ਉਹ ਗ੍ਰਸਤ ਤੋਂ ਦੂਰ ਚਲੇ ਗਏ, ਪਰਿਵਾਰਾਂ ਤੋਂ ਦੂਰ ਚਲੇ ਗਏ। ਕੇਵਲ ਮਨ ਕਰਕੇ ਕੋਈ ਵੀ ਜੰਜਾਲ ਜਿਹੜਾ ਸੀ ਉਹਨਾਂ ਨੇ ਨਹੀਂ ਫੜਿਆ। ਕਿਰਤ ਕਰਦੇ ਨੇ ਧਰਮ ਦੀ, ਪਰ ਅੱਜ ਆਪਾਂ ਦੇਖਦੇ ਹਾਂ ਕਿ ਮਨੁੱਖ ਕੋਲ ਬਹੁਤ ਕੁਝ ਹੈ, ਅੰਦਰ ਦਾ ਚੈਨ ਨਹੀਂ। ਜੰਜਾਲਾਂ ਵਿੱਚ ਫਸੇ ਹੋਣ ਕਰਕੇ ਮਨੁੱਖ ਦੁਖੀ ਬਹੁਤ ਹੈ। ਇਸ ਲਈ ਜਿਹੜੇ ਬਾਣੀ ਦਾ ਲੜ ਪੱਲਾ ਫੜਦੇ ਨੇ ਨਾ, ਉਹ ਜੰਜਾਲਾਂ ਤੋਂ ਦੂਰ ਹੋ ਜਾਂਦੇ ਨੇ, ਮਨ ਕਰਕੇ ਸੁਖੀ ਰਹਿੰਦੇ ਨੇ। ਜੋ ਕੁਝ ਵਰਤ ਰਿਹਾ ਪਰਮਾਤਮਾ ਦਾ ਭਾਣਾ ਸਮਝ ਕੇ ਕਬੂਲ ਕਰ ਲੈਂਦੇ ਨੇ। ਉਦਮ ਕਰਦੇ ਹਨ, ਪਰ ਉਦਮ ਕਰਦੇ ਨੇ ਚੰਗੇ ਕੰਮਾਂ ਵਾਸਤੇ, ਧਰਮ ਦੀ ਕਿਰਤ ਵਾਸਤੇ। ਫਿਰ ਉਹਨਾਂ ਕਿਰਤਾਂ ਨੂੰ, ਕੰਮਾਂ ਨੂੰ, ਧਨ ਨੂੰ ਸਫਲਾ ਕਰਨ ਵਾਸਤੇ ਗੁਰੂ ਸਾਹਿਬ ਦਾ ਬਚਨ ਮੰਨ ਕੇ ਉਹ ਧਨ ਨੂੰ ਧਰਮ ਦੇ ਲੇਖੇ ਵੀ ਲਾਉਂਦੇ ਨੇ। ਇਸ ਤਰ੍ਹਾਂ ਉਹਨਾਂ ਦਾ ਉਧਾਰ ਹੁੰਦਾ, ਜੰਜਾਲਾਂ ਤੋਂ ਛੁੱਟ ਜਾਂਦੇ ਹਨ। ਹੋਏ ਭਵਜਲ ਪਾਰ, ਜਿਹੜੇ ਜੰਜਾਲਾਂ ਤੋਂ ਛੁੱਟ ਗਏ ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਚੌਪਈ ਸ੍ਰੀ ਅਰਜਨ ਸੰਪਾਰੀ ਉਪਕਾਰੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮਾਨ ਪਰਉਪਕਾਰੀ। ਹੋਇਓ ਨ ਹੈ ਹੋਏ ਨਾ ਹਿਤਕਾਰੀ, ਨਾ ਕੋਈ ਹੋਇਆ, ਨਾ ਕੋਈ ਹੈ, ਤੇ ਨਾ ਕੋਈ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਕੌਣ ਐਸਾ ਪਰਉਪਕਾਰੀ ਜਿਨ੍ਹਾਂ ਨੇ ਸਾਡੀ ਖਾਤਰ ਇਹ ਬਾਣੀ ਇਕੱਤਰ ਕਰਵਾ ਕੇ ਇੱਕ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਹੈ। ਉਹ ਅੱਜ ਤੱਕ ਸਿੱਖਾਂ ਦੀ ਅਗਵਾਈ ਕਰ ਰਹੀ ਤੇ ਰਹਿੰਦੀ ਦੁਨੀਆ ਤੱਕ ਮਨੁੱਖਤਾ ਦਾ ਉਧਾਰ ਕਰੇਗੀ। ਇਹ ਬਾਣੀ ਐਸੀ ਹੈ। ਫਿਰ ਬਾਣੀ ਦੀ ਅਖੰਡਤਾ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਿੰਨੇ ਤਰ੍ਹਾਂ ਦੇ ਤਸੀਹੇ ਆਪਣੇ ਤਨ 'ਤੇ ਝੱਲਦੇ ਹਨ। ਕੌਣ ਹੈ ਜੀ ਐਸਾ ਪਰਉਪਕਾਰੀ? ਜਦੋਂ ਸਿਰ 'ਤੇ ਆਣ ਪੈਂਦੀ ਹੈ ਕਹਿਣਾ ਸੌਖਾ ਤੇ ਸੁਣਨਾ ਬਹੁਤ ਸੌਖਾ, ਪਰ ਜਦੋਂ ਸਿਰ 'ਤੇ ਆਣ ਪੈਂਦੀ ਹੈ ਤੇ ਵੱਡੇ ਤੋਂ ਵੱਡੇ ਕਹਿਣ ਕਹਾਉਣ ਵਾਲੇ ਡੋਲ ਜਾਂਦੇ ਨੇ, ਗਿਆਨ ਦੇਣ ਵਾਲੇ ਵੀ ਡੋਲ ਜਾਂਦੇ ਨੇ। ਇਹ ਗੁਰੂ ਅਰਜਨ ਦੇਵ ਸਾਹਿਬ ਦਾ ਹੀ ਪਰਉਪਕਾਰ ਸੀ। ਕਵੀ ਦੇ ਬੋਲ ਹਨ, ਜਿਹਦੇ ਸੀਸ ਤੇ ਕਦੇ ਸੀ ਕਲਸ ਝੁੱਲਦੇ, ਗਰਮ ਬਾਲੂ ਦੇ ਕੜਛੇ ਉਪਵਾਰਿਆ ਸੀ। ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾਰਿਆ ਸੀ। ਸੀਨਾ ਜੱਗ ਦਾ ਤਪਦਾ ਠਾਰਨੇ ਨੂੰ ਤਨ ਆਪਣਾ ਸਾੜ ਵਖਾਰਿਆ ਸੀ। ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਫਿਰ ਵੀ ਸਤਿਨਾਮ ਵਾਹਿਗੁਰੂ ਉਗਾਰਿਆ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ। ਗੱਲ ਔਖੀ ਹੈ ਅਮਲ ਕਮਾਉਣ ਵਾਲੀ, ਉਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ। ਤਤੀ ਤਵੀ ਤੇ ਵੀ ਸੁਖਮਨੀ ਗਾਉਣ ਵਾਲੀ ਕੌਣ ਹੈ? ਗੁਰੂ ਅਰਜਨ ਦੇਵ ਸਾਹਿਬ ਜੀ ਵਰਗਾ ਪਰਉਪਕਾਰੀ ਨਾ ਹੋਇਆ, ਨਾ ਹੈ, ਨਾ ਆਉਂਦੇ ਸਮੇਂ ਵਿੱਚ ਕੋਈ ਹੋਵੇਗਾ। ਦੋਨੋਂ ਬੜੇ ਜਹਾਜ਼ ਬਣਾਏ, ਦੋ ਵੱਡੇ ਗੁਰੂ ਅਰਜਨ ਦੇਵ ਸਾਹਿਬ ਨੇ ਸਾਡੇ ਲਈ ਜਹਾਜ਼ ਬਣਾਏ। ਜਹਾਜ਼ ਕਰਦਾ ਕੀ ਹੈ? ਜਹਾਜ਼ ਸਮੁੰਦਰ ਤੋਂ ਪਾਰ ਕਰਾ ਦਿੰਦਾ ਹੈ। ਸਾਧ ਸੰਗਤ, ਇਹ ਗੁਰੂ ਅਰਜਨ ਦੇਵ ਸਾਹਿਬ ਦਾ ਬੜਾ ਵੱਡਾ ਪਰਉਪਕਾਰ ਸੀ। ਮਨੁੱਖਤਾ ਦੇ ਭਲੇ ਵਾਸਤੇ, ਸੰਸਾਰ ਦੇ ਭਲੇ ਵਾਸਤੇ ਦੋ ਵੱਡੇ ਸਤਿਗੁਰਾਂ ਨੇ ਜਹਾਜ਼ ਬਣਾਏ। ਭਰ ਭਰਪੂਰ ਸੋ ਪਾਰ ਲੰਘਾਏ, ਉਹ ਜਹਾਜ਼ ਪੂਰਾਂ ਦੇ ਪੂਰ ਭਰ ਕੇ ਪਾਰ ਲੰਘਾ ਦਿੱਤੇ। ਕੋਈ ਜਹਾਜ਼ ਹੁੰਦਾ ਉਹਦੀ ਕੋਈ ਲਿਮਟ ਹੁੰਦੀ ਹੈ। ਛੋਟੇ ਜਿਹਾ ਪਾਣੀ ਵਾਲੇ ਜਹਾਜ਼, ਇਹਨਾਂ ਦੀ ਵੀ ਲਿਮਟ ਹੈ। ਵੱਧ ਬੰਦੇ ਬੈਠ ਜਾਣ ਤੇ ਉਹ ਸਮੁੰਦਰ ਦੇ ਡੁੱਬਣ ਦਾ ਖਤਰਾ, ਜਹਾਜ਼ ਦਾ ਡੁੱਬਣ ਦਾ ਖਤਰਾ ਰਹਿੰਦਾ ਹੈ।
ਆ ਜਿਹੜੇ ਆਕਾਸ਼ੀ ਜਹਾਜ਼ ਉੱਡਦੇ ਨੇ, ਐਰੋਪਲੇਨ, ਇਹਨਾਂ ਵਿੱਚ ਵੀ ਲਿਮਟ ਹੈ ਕਿ ਇੰਨੇ ਕੁ ਬੰਦੇ ਬੈਠ ਸਕਦੇ ਨੇ, ਵੱਧ ਨਹੀਂ। ਪਰ ਜਿਹੜਾ ਜਹਾਜ਼ ਧੰਨ ਗੁਰੂ ਅਰਜਨ ਦੇਵ ਸਾਹਿਬ ਤੁਸੀਂ ਬਣਾਇਆ, ਇਹ ਜਹਾਜ਼ ਦੇ ਵਿੱਚ ਤਾਂ ਪੂਰਾਂ ਦੇ ਪੂਰ ਬਿਠਾ ਕੇ ਤੁਸੀਂ ਪਾਰ ਲੰਘਾ ਦਿੱਤੇ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਪਰਉਪਕਾਰ ਸਤਿਗੁਰਾਂ ਨੇ ਵੱਡੇ ਕੀਤੇ ਨੇ। ਸ੍ਰੀ ਅੰਮ੍ਰਿਤਸਰ ਵਿੱਚ ਹਰਮੰਦਰ, ਇੱਕ ਪਰਉਪਕਾਰ ਵੱਡਾ ਜਹਾਜ਼ ਸਤਿਗੁਰਾਂ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਸ਼੍ਰੀ ਹਰਿਮੰਦਰ ਸਾਹਿਬ ਇਹ ਜਹਾਜ਼ ਬਣਾਇਆ। ਤੇ ਸਾਧ ਸੰਗਤ, ਇਹਦਾ ਆਕਾਰ ਵੀ ਵੈਸਾ ਹੀ ਹੈ, ਪਾਵਨ ਸਰੋਵਰ, ਤੇ ਸਰੋਵਰ ਦੇ ਵਿੱਚ ਉਹ ਜਹਾਜ਼ ਜਿਹੜਾ ਸਤਿਗੁਰਾਂ ਨੇ ਖੜਾ ਕੀਤਾ ਹੈ। ਭਾਵ ਸੰਕੇਤ ਇਹ ਦੇ ਰਿਹਾ ਕਿ ਸੰਸਾਰ ਸਮੁੰਦਰ ਹੈ। ਇਸ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਜਿਹੜਾ ਵੀ ਸ਼੍ਰੀ ਹਰਿਮੰਦਰ ਸਾਹਿਬ ਦੇ ਜਹਾਜ਼ ਤੇ ਆ ਕੇ ਸਵਾਰ ਹੋਵੇਗਾ, ਬਿਰਤੀ ਕਰਕੇ, ਸੁਰਤ ਕਰਕੇ, ਉਹ ਇਸ ਭਵ ਸਾਗਰ ਤੋਂ ਪਾਰ ਹੋਵੇਗਾ। ਇਹ ਵੱਡਾ ਸਤਿਗੁਰਾਂ ਨੇ ਜਹਾਜ਼ ਬਣਾਇਆ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਸ਼੍ਰੀ ਹਰਿਮੰਦਰ ਸਾਹਿਬ ਜਹਾਜ਼ ਬਣਾਇਆ। ਰਚਨਾ ਬਹੁ ਬਣਾਏ ਕਰ ਸੁੰਦਰ, ਬੜੀ ਸੋਹਣੀ ਰਚਨਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਬਣਾਈ ਹੈ। ਸ਼੍ਰੀ ਹਰਿਮੰਦਰ ਸਾਹਿਬ ਇਹ ਇਮਾਰਤ ਵਰਗੀ ਦੂਜੀ ਇਮਾਰਤ ਦੁਨੀਆ ਵਿੱਚ ਕੋਈ ਨਹੀਂ। ਇੰਜ ਕਹਿ ਲਓ ਕਿ ਬੈਕੁੰਠ ਦਾ ਨਕਸ਼ਾ ਸਤਿਗੁਰਾਂ ਨੇ ਇਸ ਲੋਕ ਵਿੱਚ ਰੱਖਿਆ ਹੈ। ਕਵੀ ਦੇ ਬੋਲ ਆਪਾਂ ਪੜ੍ਹਦੇ ਤੇ ਕਈ ਵਾਰੀ ਸੁਣਦੇ ਹਾਂ। ਉਹ ਲਿਖਦਾ ਹੈ ਕਿ ਬੜੇ ਲੋਕਾਂ ਤੋਂ ਸੁਣਿਆ ਸੀ ਕਿ ਜਿਹੜੇ ਮਨੁੱਖ ਬਹੁਤ ਚੰਗੇ ਧਰਮ ਦੇ ਕਰਮ ਕਰਦੇ ਨੇ ਉਹ ਬੈਕੁੰਠ ਵਾਸੀ ਹੁੰਦੇ, ਪਰ ਉਹ ਬੈਕੁੰਠ ਹੈ ਕਿੱਥੇ, ਕਿਹਨੇ ਦੇਖਿਆ ਹੈ? ਪਰ ਇੱਕ ਬੈਕੁੰਠ ਜਿਹੜਾ ਗੁਰੂ ਅਰਜਨ ਦੇਵ ਸਾਹਿਬ, ਗੁਰੂ ਰਾਮਦਾਸ ਸਾਹਿਬ ਤੁਸੀਂ ਬਣਾਇਆ, ਉਹ ਬੈਕੁੰਠ ਸੰਸਾਰ ਦੇ ਅੰਦਰ ਹੈ, ਤੇ ਉਹ ਸ਼੍ਰੀ ਹਰਿਮੰਦਰ ਸਾਹਿਬ। ਫਿਰ ਉਹ ਕਵੀ ਲਿਖਦੇ ਨੇ ਕਿ ਉਹਨਾਂ ਦਾ ਨਾਮ ਹਰੀਦਾਸ ਹੈ। ਉਹ ਕਹਿੰਦੇ ਨੇ ਕਿ ਦੋ ਪਲੜੇ ਦੇ ਛਾਬਿਆਂ ਦੇ ਵਿੱਚ ਪਰਮਾਤਮਾ ਨੇ ਬੈਕੁੰਠ ਰੱਖੇ, ਇੱਕ ਆਕਾਸ਼ੀ ਬੈਕੁੰਠ ਤੇ ਇੱਕ ਹਰਿਮੰਦਰ ਸਾਹਿਬ ਬੈਕੁੰਠ। ਪਰ ਆਪਾਂ ਸਾਰੇ ਗੱਲ ਜਾਣਦੇ ਹਾਂ ਕਿ ਜਿਹੜੀ ਚੀਜ਼ ਭਾਰੀ ਹੁੰਦੀ ਹੈ ਉਹਦਾ ਝੁਕਾਅ ਥੱਲੇ ਨੂੰ ਹੁੰਦਾ ਹੈ, ਤੇ ਜਿਹੜੀ ਹੌਲੀ ਹੁੰਦੀ ਹੈ ਤੇ ਉੱਪਰ ਨੂੰ ਚਲੀ ਜਾਂਦੀ ਹੈ। ਕਹਿਣ ਲੱਗੇ ਹਰੀਦਾਸ, ਉਹਨਾਂ ਦੀ ਭਾਵਨਾ ਦੇਖੋ। ਕਹਿੰਦੇ ਰੱਬ ਨੇ ਆਪਣੇ ਪਲੜੇ ਵਿੱਚ ਦੋ ਬੈਕੁੰਠ ਰੱਖੇ, ਇੱਕ ਆਕਾਸ਼ੀ ਬੈਕੁੰਠ ਸੀ ਤੇ ਇੱਕ ਹਰਿਮੰਦਰ ਸਾਹਿਬ ਇਹ ਬੈਕੁੰਠ ਹੈ। ਜਦੋਂ ਪਲੜੇ ਵਿੱਚ ਪਾ ਕੇ ਤੋਲੇ, ਭਾਰੋ ਹੁਤੋ ਸੁਗਿਰ ਪਰਿਓ ਹੌਰੋ ਚੜਿਓ ਆਕਾਸ਼। ਜਿਹੜਾ ਭਾਰਾ ਸੀ ਉਹ ਇਸ ਸੰਸਾਰ 'ਚ ਰਹਿ ਗਿਆ, ਤੇ ਹੌਲਾ ਜਿਹੜਾ ਸੀ ਉਹ ਆਕਾਸ਼ ਤੇ ਚੜ੍ਹ ਗਿਆ। ਉਹ ਪਤਾ ਨਹੀਂ ਕਿਸੇ ਨੇ ਦੇਖਿਆ ਜਾਂ ਦੇਖਾਂਗੇ ਕਿ ਨਹੀਂ, ਪਰ ਵੱਡੇ ਭਾਗ ਨੇ ਉਹਨਾਂ ਦੇ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਐਸੇ ਬੈਕੁੰਠ ਦੇ ਦਰਸ਼ਨ ਕੀਤੇ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬਦੋਹ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਵਸ ਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ, ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਇਹ ਬੈਕੁੰਠ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੱਡਾ ਜਹਾਜ਼ ਬਣਾਇਆ। ਸ਼੍ਰੀ ਅੰਮ੍ਰਿਤਸਰ ਦੇ ਅੰਦਰ ਇੰਨਾ ਸੋਹਣਾ ਬੈਕੁੰਠ ਤਿਆਰ ਕੀਤਾ ਹੈ, ਜਿਹਦੀ ਬਰਾਬਰੀ ਨਾ ਕੋ ਕਰ ਸਕਿਆ, ਨਾ ਕੋ ਕਰ ਸਕੇਗਾ। ਪਿੱਛੇ ਆਪਾਂ ਇਤਿਹਾਸ ਦੇ ਪੰਨਿਆਂ 'ਚ ਪੜ੍ਹਿਆ ਹੈ, ਬਾਬੇ ਪ੍ਰਿਥੀ ਚੰਦ ਨੇ ਵੀ ਰੀਸ ਕੀਤੀ ਆ। ਲਾਹੌਰ ਦੇ ਨੇੜੇ ਹੇਹਰ ਪਿੰਡ ਹੈ, ਉਸ ਪਿੰਡ ਦੇ ਵਿੱਚ ਇਹਨਾਂ ਨੇ ਵੀ ਇੱਕ ਹਰਿਮੰਦਰ ਤਿਆਰ ਕੀਤਾ ਸੀ। ਇੱਦਾਂ ਦਾ ਸਰੋਵਰ ਬਣਾ ਲਿਆ, ਇਮਾਰਤ ਬਣਾ ਲਈ। ਪਰ ਜਿਹੜੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਦੀ ਇੱਥੇ ਵਰਤ ਰਹੀ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਦੀ, ਉਹ ਬਖਸ਼ਿਸ਼ ਕਿੱਥੋਂ ਲਿਆਵੋਗੇ? ਸੋਨਾ ਤੇ ਇਮਾਰਤਾਂ ਤੇ ਲਾ ਸਕਦੇ ਹੋ, ਵੱਡੇ ਤਲਾਬ ਵੀ ਬਣਾ ਸਕਦੇ ਹੋ, ਇਮਾਰਤਾਂ ਵੀ ਚੰਗੇ ਕਾਰੀਗਰ ਬੁਲਾ ਕੇ ਤਿਆਰ ਕਰਾ ਸਕਦੇ ਹੋ। ਪਰ ਜਿਹੜੀ ਬਖਸ਼ਿਸ਼ ਗੁਰੂ ਰਾਮਦਾਸ ਸਾਹਿਬ ਦੀ ਇੱਥੇ ਵਰਤ ਰਹੀ, ਉਹ ਬਖਸ਼ਿਸ਼ ਕਿਤੋਂ ਨਹੀਂ ਲਿਆ ਸਕਦੇ। ਇੱਥੇ ਤਾਂ ਕਿਤੇ ਵੀ ਬੈਠ ਕੇ ਕਿਤੇ ਮਨ ਕਰਕੇ ਜੁੜ ਜਾਈਏ ਤੇ ਆਤਮਾ ਦਾ ਆਨੰਦ ਮਿਲਦਾ ਹੈ, ਸਕੂਨ ਮਿਲਦਾ ਹੈ। ਇਹ ਬਖਸ਼ਿਸ਼ ਕਿੱਥੋਂ ਲਿਆਵੋਗੇ? ਕਹਿਣ ਲੱਗੇ ਕਿ ਇਹ ਹਰਿਮੰਦਰ ਜਿਹਦੇ ਦਰਸ਼ਨ ਕਰਨ ਵਾਸਤੇ ਦੁਨੀਆ ਤਰਸ ਰਹੀ ਹੈ, ਸਿੱਖ ਕਿਤੇ ਬੈਠਾ ਹੋਵੇ, ਉਹਦਾ ਹਿਰਦਾ ਸ਼੍ਰੀ ਹਰਿਮੰਦਰ ਸਾਹਿਬ ਹੈ। ਤਾਈਓ ਤਾਂ ਹਰ ਰੋਜ਼ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ। ਇਹ ਦੋਨਾਂ ਦੀ ਮੰਗ ਸਿੱਖ ਕਿਤੇ ਵੀ ਬੈਠਾ ਹੋਵੇ ਉਹ ਕਰਦਾ ਹੈ। ਜਦੋਂ ਸਮਾਂ ਬਣੇ ਕਿਰਤ ਕਰਨ ਵਾਸਤੇ ਕਿਤੇ ਵੀ ਗਿਆ ਹੈ, ਕਈ ਤਾਂ ਕਹਿੰਦੇ ਸਾਡਾ ਤੇ ਕੁਝ ਵੀ ਨਹੀਂ ਇੱਥੇ, ਪਰ ਜਦੋਂ ਹਰਿਮੰਦਰ ਸਾਹਿਬ ਵੱਲ ਦੇਖਦੇ ਹਾਂ, ਗੁਰੂ ਰਾਮਦਾਸ ਸਾਹਿਬ, ਤੇਰੇ ਦਰ ਤੋਂ ਦੂਰ ਜਾ ਕੇ ਸਿੱਖ ਦਾ ਗੁਜ਼ਾਰਾ ਹੈ ਹੀ ਨਹੀਂ। ਉਸੇ ਵੇਲੇ ਚਿੱਤ ਕਰਦਾ ਕਿ ਚਲੀਏ ਹਰਿਮੰਦਰ ਸਾਹਿਬ ਜਾ ਕੇ ਦਰਸ਼ਨ ਕਰ ਆਈ। ਇੰਨਾ ਸਮਾਂ ਬੀਤ ਗਿਆ, ਹਾਲੇ ਤੱਕ ਦਰਸ਼ਨ ਨਹੀਂ ਹੋਏ। ਇਉਂ ਇੰਨਾ ਸੋਹਣਾ ਹਰਿਮੰਦਰ ਸਾਹਿਬ ਬਣਾਇਆ, ਜਿਹੜਾ ਦੁਨੀਆ ਵਿੱਚ ਜਿਹਦੇ ਸਮਾਨ ਹੋਰ ਨਹੀਂ ਹੈ ਕੋਈ। ਸ੍ਰੀ ਗ੍ਰੰਥ ਸਾਹਿਬ ਰਚ ਦੂਜਾ, ਫਿਰ ਦੂਜਾ ਜਹਾਜ਼ ਇਹ ਸੰਸਾਰ ਭਵ ਸਾਗਰ ਤੋਂ ਪਾਰ ਕਰਨ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਨੇ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਬੀੜ
ਪਾਵਨ ਬਾਣੀ ਲਿਖਵਾਈ। ਇਹ ਦੋ ਜਹਾਜ਼ ਸਤਿਗੁਰਾਂ ਨੇ ਵੱਡੇ ਤਿਆਰ ਕੀਤੇ ਨੇ। ਨਿਜ ਥਲ ਥਿਤ ਕਰ ਠਾਨੀ ਪੂਜਾ। ਫਿਰ ਮਹਾਰਾਜ ਜੀ ਨੇ ਨਿਜ ਥਲ ਆਪਣੇ ਇਸ ਸਥਾਨ ਤੇ ਥਿਤ ਕਰ ਠਾਨੀ ਪੂਜਾ, ਅਕਾਲ ਪੁਰਖ ਪਰਮੇਸ਼ਰ ਦੀ ਪੂਜਾ ਕੀਤੀ ਹੈ। ਇਨ ਦੋਨੋਂ ਕੇ ਆਸ਼ਰਿਤ ਹੋਇਆ ਕਾ। ਜਿਹੜਾ ਵੀ ਇਹਨਾਂ ਦੋਨਾਂ ਜਹਾਜ਼ਾਂ ਦੇ ਆਸਰੇ ਰਹੇਗਾ, ਹੋਰ ਸਿੱਖ ਨੂੰ ਕੋਈ ਲੋੜ ਨਹੀਂ ਜੀ ਤਰਨ ਦੀ, ਇਹ ਸੰਸਾਰ ਸਾਗਰ ਤੋਂ ਪਾਰ ਜਾਣ ਦੀ, ਆਪਣਾ ਭਲਾ ਕਰਾਉਣ ਲਈ ਕਿਸੇ ਪਾਸ ਜਾਣ ਦੀ ਲੋੜ ਨਹੀਂ। ਭਾਈ ਸੰਤੋਖ ਸਿੰਘ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਨੇ ਸਿੱਖਾ ਤੇਰੇ ਲਈ ਦੋ ਜਹਾਜ਼ ਬਣਾਏ ਨੇ, ਦੋਨਾਂ ਤੇ ਆਸ ਰੱਖ, ਇੱਕ ਸ਼੍ਰੀ ਹਰਿਮੰਦਰ ਸਾਹਿਬ, ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ। ਜਿਹੜਾ ਜੀਵ ਕਾ ਭਾਵ ਕਿਰਤ ਕਿਤੇ ਵੀ ਬੈਠਾ ਕਰੇ ਬਹੁਤਾ ਸੁਖੀ ਹੋਵੇਗਾ। ਇਸੇ ਤਰ੍ਹਾਂ ਹੀ ਹੁੰਦਾ ਹੈ ਨਾ, ਕਿਰਤ ਕਰਨ ਵਾਸਤੇ ਤਾਂ ਸਿੱਖ ਵਿਦੇਸ਼ਾਂ 'ਚ ਵੀ ਗਏ, ਪਰ ਮੈਂ ਪਹਿਲਾਂ ਬੇਨਤੀ ਕੀਤੀ ਜਦੋਂ ਸਮਾਂ ਬਣਦਾ ਹੈ ਝੱਟ ਕਹਿੰਦੇ ਨੇ ਚੱਲੀ ਹਰਿਮੰਦਰ ਸਾਹਿਬ ਦਰਸ਼ਨ ਕਰੀ। ਇਸ ਲਈ ਦੋ ਜਹਾਜ਼ਾਂ ਦੇ ਆਸਰੇ ਸ਼੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਸਥਾਨ ਹੈ, ਤੇ ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ। ਜਿਹੜਾ ਕਿਰਤ ਕਰੇ ਇਹ ਦੋਨਾਂ ਦੇ ਆਸਰੇ ਰਹਿ ਕੇ ਧਰਮ ਦੀ ਬਹੁਤਾ ਸੁਖ ਪਾਵੇਗਾ। ਇਸ ਲੋਕ ਭਲਾ ਬਹੁ ਕੇਰਾ। ਇਸ ਲੋਕ ਦੇ ਵਿੱਚ ਉਹਦਾ ਭਲਾ ਹੋਵੇਗਾ। ਔਰਿਓ ਗੁਰੂ ਅਰਜਨ ਹਿਤ ਹੇਰਾ। ਇਉਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹਿਤ ਭਲੇ ਵਾਸਤੇ ਵੱਡੇ ਦੋ ਜਹਾਜ਼ ਰਚੇ ਹਨ। ਸ਼ਰਧਾ ਧਰਹਿ ਸੁਦਾਸਰ ਮੱਝਾ। ਜਿਹੜਾ ਸ਼ਰਧਾ ਧਾਰ ਕੇ ਸੁਦਾਸਰ ਕਹਿੰਦੇ, ਸੁਦਾ ਨਾਮ ਅੰਮ੍ਰਿਤ ਦਾ, ਸਰ ਨਾਮ ਸਰੋਵਰ ਦਾ, ਮੱਝੇ ਨਾਮ ਇਸ਼ਨਾਨ ਦਾ। ਜਿਹੜਾ ਭਾਵਨਾ ਸ਼ਰਧਾ ਦੇ ਨਾਲ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ, ਪਾਪ ਕਮਾਤੇ ਸਭ ਹੀ ਭੱਜਾ। ਉਹਦੇ ਕਮਾਏ ਹੋਏ ਪਾਪ ਭੱਜੈ ਨਾਸ਼ ਹੋਣਗੇ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਸਾਧ ਸੰਗਤ ਅੱਗੇ ਤੋਂ ਪ੍ਰਣ ਕਰੀਏ ਕਿ ਮਹਾਰਾਜ ਕਿਰਪਾ ਕਰੋ ਇਹਨਾਂ ਪਾਪਾਂ ਤੋਂ ਬਚਾ ਲਓ। ਪਿਛਲੇ ਤਾਂ ਬਖਸ਼ ਦਿੱਤੇ ਨੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੈ। ਜਿਹੜਾ ਭਾਵਨਾ ਤੇ ਸ਼ਰਧਾ ਦੇ ਨਾਲ, ਹੁਣ ਤਰਕਵਾਦੀ ਕਹੇਗਾ ਜੀ ਕਿਸ ਤਰ੍ਹਾਂ, ਬਖਸ਼ਿਸ਼ ਤਾਂ ਭਾਵਨਾ ਤੇ ਸ਼ਰਧਾ ਦੇ ਨਾਲ ਝੋਲੀ ਪੈਣੀ ਹੈ। ਜਿਹੜਾ ਭਾਵਨਾ ਸ਼ਰਧਾ ਨਾਲ ਇਸ਼ਨਾਨ ਕਰੇ ਪਾਪ ਕਮਾਤੇ ਸਭ ਹੀ ਭੱਜੈ, ਸਾਰੇ ਪਾਪ ਨਾਸ਼ ਹੁੰਦੇ ਹਨ। ਹਰ ਮੰਦਰ ਮੈਂ ਹਰ ਜਸ ਗਾਏ। ਹਰਿਮੰਦਰ ਸਾਹਿਬ ਦੇ ਅੰਦਰ ਹਰੀ ਦਾ ਜਸ ਗਾਇਆ ਜਾਂਦਾ ਹੈ। ਕਹਿ ਦੋ ਬੈਠ ਸੁਨੈ ਮਨ ਲਾਏ। ਜਾਂ ਹਰਿਮੰਦਰ ਸਾਹਿਬ ਅੰਦਰ ਬੈਠ ਕੇ ਕੋਈ ਅਕਾਲ ਪੁਰਖ ਦਾ ਜਸ ਗਾਵੇ, ਜਾਂ ਕਿਤੇ ਵੀ ਹਰਿਮੰਦਰ ਸਾਹਿਬ ਥਾਂ ਮਿਲ ਜਾਵੇ ਉੱਥੇ ਬੈਠ ਕੇ ਅਕਾਲ ਪੁਰਖ ਦਾ ਜਸ ਸੁਣੇਗਾ। ਅਗ ਕੋ ਤਜ ਕਰ ਸ਼ੁਭ ਗਤ ਲੀਨਾ। ਪਾਪ ਸਾਰੇ ਨਾਸ ਹੋਣਗੇ ਤੇ ਉਹਦੀ ਸ਼ੁਭ ਕਲਿਆਣ ਹੋਵੇਗੀ, ਗਤੀ ਹੋਵੇਗੀ ਜੀ। ਜਿੱਥੇ ਵੀ ਥਾਂ ਮਿਲ ਜਾਵੇ ਹਰਿਮੰਦਰ ਸਾਹਿਬ ਬੈਠ ਕੇ, ਤੇ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਵੇਲੇ ਤੱਕ, ਸ਼ਾਮਾਂ ਤੱਕ, ਰਾਤ ਤੱਕ ਦੇਖੀਦਾ ਹੈ ਬੇਅੰਤੀ ਐਸੇ ਗੁਰਮੁਖ ਪਿਆਰੇ ਆਉਂਦੇ ਨੇ। ਇਹ ਨਹੀਂ ਕਿ ਵਿਸ਼ੇਸ਼ ਕਰਕੇ ਉਹ ਥਾਂ ਪੱਕੀ ਰੱਖੀ ਨਹੀਂ, ਜਿੱਥੇ ਥਾਂ ਮਿਲੀ ਹੈ ਉੱਥੇ ਬੈਠ ਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਅਕਾਲ ਪੁਰਖ ਦਾ ਜਸ ਕੰਨੀ ਸੁਣਦੇ ਨੇ। ਸੁਣਨ ਦੇ ਨਾਲ ਅਗ ਭੱਜਿਆ ਪਾਪ ਸਾਰੇ ਨਾਸ ਹੁੰਦੇ ਨੇ। ਜਦੋਂ ਪਾਪ ਦੂਰ ਹੋਏ ਤੇ ਫਿਰ ਸ਼ੁਭ ਗਤ ਪੈ ਹੈ, ਸੋਹਣੀ ਉਹਨਾਂ ਦੀ ਕਲਿਆਣ ਹੁੰਦੀ ਹੈ। ਜਿਵੇਂ ਪਰਲੋਕ ਭਲਾ ਗੁਰ ਕੀਨਾ। ਇਸ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਸਾਡੇ ਪਰਲੋਕ ਨੂੰ ਸਵਾਰ ਦਿੱਤਾ। ਇਹ ਪਰਉਪਕਾਰ ਗੁਰੂ ਸਾਹਿਬ ਨੇ ਸਾਡੇ ਤੇ ਕੀਤਾ ਹੈ। ਸਾਡਾ ਪਰਲੋਕ ਸੁਹੇਲਾ ਬਣਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਸੋਹਣੇ ਜਹਾਜ਼ ਦਿੱਤੇ ਹਨ। ਜਾਂ ਤੇ ਇਨ ਸੰਸਰ ਉਪਕਾਰ। ਇਸ ਲਈ ਕਵੀ ਜੀ ਕਹਿੰਦੇ ਸਾਧ ਸੰਗਤ ਗੁਰੂ ਅਰਜਨ ਦੇਵ ਸਾਹਿਬ ਜੀ ਵਰਗਾ ਪਰਉਪਕਾਰੀ ਕੋਈ ਦੁਨੀਆ ਵਿੱਚ ਅਪਰ ਨਾ ਸੁਣਿਓ ਨਾ ਕਬਹੂ ਨਿਹਾਰੀ। ਨਾ ਕੋਈ ਸੁਣਿਆ ਤੇ ਨਾ ਕੋਈ ਨਿਹਾਰੀ ਦੇਖਿਆ ਹੈ। ਕਦੇ ਦੇਖਿਆ ਜਾਂ ਸੁਣਿਆ? ਜਿਨੇ ਆਪਣਾ ਆਪ ਕੁਰਬਾਨ ਕੀਤਾ, ਇਹਨੇ ਤਸੀਹੇ ਚੱਲੇ ਤੇ ਫਿਰ ਸੀ ਨਾ ਕੀਤੀ। ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਦੁਨੀਆ 'ਚ ਬੜੇ ਪੀਰ ਪੈਗੰਬਰ ਅਵਤਾਰ ਔਲੀਏ ਆਏ ਨੇ, ਸਾਰਿਆਂ ਦਾ ਸਤਿਕਾਰ ਤੇ ਜਸ ਹੈ, ਜਿਹੜੇ ਧਰਮ ਦੇ ਨਾਲ ਜੋੜਦੇ ਰਹੇ। ਪਰ ਆਪਣਾ ਆਪ ਕੁਰਬਾਨ ਕਰ ਦੇਣਾ ਮਨੁੱਖਤਾ ਦੀ ਖਾਤਰ, ਇਹ ਦੋ ਜਹਾਜ਼ ਨੂੰ ਅਖੰਡ ਰੱਖਣ ਦੀ ਖਾਤਰ, ਇਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਰਉਪਕਾਰ ਕੀਤਾ ਹੈ। ਇਸ ਲਈ ਕਵੀ ਜੀ ਕਹਿੰਦੇ ਐਸੇ ਸਤਿਗੁਰਾਂ ਵਰਗਾ ਪਰਉਪਕਾਰੀ ਨਾ ਕੋਈ ਹੋਇਆ, ਨਾ ਕੋਈ ਦੇਖਿਆ ਹੈ। ਅਪਰ ਨਾ ਸੁਣਿਓ ਨਾ ਕਬਹੂ ਨਿਹਾਰੀ। ਨਾ ਹੋਇਆ ਸੁਣਿਆ ਤੇ ਨਾ ਦੇਖਿਆ ਹੈ। ਧੰਨ ਗੁਰੂ ਅਰਜਨ ਗੁਣ ਖਾਨੀ। ਗੁਰਾਂ ਦੀ ਖਾਨ ਗੁਰੂ ਅਰਜਨ ਦੇਵ ਸਾਹਿਬ ਧੰਨ ਨੇ। ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਧੰਨ ਨੇ, ਗੁਣਾਂ ਦੀ ਖਾਨ ਹਨ। ਪਰਉਪਕਾਰ ਰਹਿਣ ਦਿਨ ਠਾਨੀ। ਜਿਹੜੇ ਦਿਨ ਰਾਤ ਪਰਉਪਕਾਰ ਵਾਲੀ ਬਿਰਤੀ ਰੱਖਦੇ ਨੇ। ਬਾਰ ਬਾਰ ਤਿਨ ਕੀ ਪਗ ਨਮੋ। ਕਵੀ ਜੀ ਕਹਿੰਦੇ ਮੈਂ ਤਾਂ ਬਾਰ ਬਾਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ
ਤੁਹਾਡੇ ਚਰਨਾਂ ਤੇ ਮੱਥਾ ਟੇਕਦਾ ਹਾਂ। ਕਰਹੁ ਸਹਾਈ ਅੰਤ ਕੇ ਸਮੋ। ਤੇ ਅੰਤਲੇ ਸਮੇਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤੁਹਾਡੀ ਸਹਾਇਤਾ ਮੰਗਦਾ। ਤੁਸੀਂ ਹੀ ਸਹਾਇਕ ਹੋ, ਲੋਕ ਦੇ ਵੀ ਤੇ ਪਰਲੋਕ ਦੇ ਵੀ। ਇਸ ਲਈ ਸਤਿਗੁਰੂ ਮੈਂ ਸਾਰੇ ਦਰ ਛੱਡ ਕੇ, ਸਾਰੇ ਆਸਰੇ ਛੱਡ ਕੇ ਮੈਂ ਤੇਰੇ ਚਰਨਾਂ ਦੀ ਟੇਕ ਲਈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਸੀ ਨਾ ਕਿ ਕਰਨਾ ਕੀ ਹੈ, ਤੇ ਗੁਰੂ ਅਰਜਨ ਦੇਵ ਸਾਹਿਬ ਨੇ ਆਪਣਾ ਮਤ ਦੱਸਿਆ ਸੀ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਜਿਹੜਾ ਅਕਾਲ ਪੁਰਖ ਦਾ ਲੜ ਫੜਦਾ ਹੈ, ਲੋਕ ਵਿੱਚ ਪਰਲੋਕ ਵਿੱਚ ਉਹਦੀ ਰਾਖੀ ਰੱਖਿਆ ਹੁੰਦੀ ਹੈ, ਉਹਦੀ ਹੀ ਕਲਿਆਣ ਹੁੰਦੀ, ਉਹਦਾ ਭਲਾ ਹੁੰਦਾ ਹੈ। ਉਹਨੂੰ ਥਾਂ ਥਾਂ ਤੇ ਭਟਕਣ ਦੀ ਲੋੜ ਨਹੀਂ। ਜਿਹੜਾ ਭਟਕੇਗਾ ਉਹ ਖੁਆਰ ਹੋਵੇਗਾ। ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਇਸ ਲਈ ਅਰਦਾਸ ਕਰੀਏ ਗੁਰੂ ਚਰਨਾਂ ਵਿੱਚ, ਮਹਾਰਾਜ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ। ਜੋ ਉਪਦੇਸ਼ ਆਪ ਜੀ ਬਖਸ਼ਿਸ਼ ਕਰਦੇ ਹੋ, ਉਹਨਾਂ ਬਚਨਾਂ ਨੂੰ ਅਸੀਂ ਕਮਾ ਸਕੀਏ, ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਇੱਥੇ ਪ੍ਰਸੰਗ ਦੀ ਸਮਾਪਤੀ ਹੈ। ਕੱਲ੍ਹ ਨੂੰ ਸਰਵਣ ਕਰਾਂਗੇ ਕਿ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਗੁਰੂ ਸਾਹਿਬਾਨਾਂ ਦੀ, ਭਗਤਾਂ ਦੀ, ਸਿੱਖਾਂ ਦੀ ਬਾਣੀ ਲਿਖਵਾ ਰਹੇ ਨੇ, ਉੱਥੇ ਲਾਹੌਰ ਸਾਰੀ ਸੰਸਾਰ ਅੰਦਰ ਇਹ ਜਸ ਫੈਲਿਆ। ਕੁਝ ਲਾਹੌਰ ਦੇ ਆਪਣੇ ਆਪ ਵਿੱਚ ਕਹਾਉਣ ਵਾਲੇ ਭਗਤ, ਜਿਨ੍ਹਾਂ ਦਾ ਨਾਮ ਕਾਨਾ, ਪੀਲੋ, ਸ਼ਾਹ ਹੁਸੈਨ ਇਤਿਆਦਿਕ, ਇਹ ਵੀ ਚੱਲ ਕੇ ਆਉਣਗੇ ਕਿ ਸਾਡੀ ਬਾਣੀ ਵੀ ਦਰਜ ਕਰੋ। ਜਿਸ ਤਰ੍ਹਾਂ ਇਹ ਪ੍ਰਸੰਗ ਅੱਗੇ ਆ ਰਿਹਾ, ਸਰਵਣ ਕਰਕੇ ਗੁਰੂ ਸਾਹਿਬ ਜੀ ਦਾ ਇਹ ਜਸ ਜਿਹੜਾ ਹੈ ਆਪਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਆਓ ਗੁਰ ਸੰਗਤ ਜੀ ਦੋ ਪੰਕਤੀਆਂ ਖੀਲੀਆਂ ਸਰਵਣ ਕਰੀਏ, ਫਤਿਹ ਬੁਲਾਈਏ ਜੀ। ਧੰਨ ਗੁਰੂ ਅਰਜਨ ਗੁਣ ਖਾਨੀ, ਪਾਰੇ ਉਪਕਾਰ ਰੈਣ ਦਿਨ ਠਾਨੀ। ਬਾਰ ਬਾਰ ਤਿਨ ਕੇ ਪਗ ਨਮੋ, ਕਰਹੁ ਸਹਾਇ ਅੰਤ ਕੇ ਸਮੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੋਤ